ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰੇ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਸਤਿਗੁਰਾਂ ਨੇ ਸ਼ਾਮ ਦਾ ਸਮਾਂ ਸਤਸੰਗ ਘੜੀਆਂ ਆਪਾਂ ਨੂੰ ਬਖਸ਼ਿਸ਼ ਕੀਤੀਆਂ ਹਨ। ਗੁਰੂ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਭਰਦਿਆਂ ਮਾਈ ਭਾਈ ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ ਸਰਵਣ ਕਰਕੇ ਆਪੋ ਆਪਣਾ ਜੀਵਨ ਸਫਲ ਕਰ ਰਹੇ ਹਨ। ਵੱਡੇ ਭਾਗਾਂ ਦੁਆਰਾ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸਤਸੰਗ ਪ੍ਰਾਪਤ ਹੁੰਦੀ ਹੈ। ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀ ਅੰਸ਼ ਬੰਸ਼ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ। ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਜੋ ਕਿ ਜਿਨ੍ਹਾਂ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਹੈ। ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜਿਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਲੜੀ ਤਹਿਤ ਕੱਲ ਆਪਾਂ ਇਹ ਪ੍ਰਸੰਗ ਸਰਵਣ ਕੀਤਾ ਹੈ ਕਿ ਮਹਾਰਾਜ ਨੇ ਉਹ ਸੰਗਤਾਂ ਦੇ ਮਨ ਵਿੱਚ ਫੁਰਨਾ ਵੇਖਿਆ ਕਿ ਸੇਵਾ ਤੇ ਬਹੁਤ ਗੁਰਸਿੱਖ ਕਰਦੇ ਹੈ। ਹੁਣ ਅੱਗੇ ਗੁਰਤਾ ਗੱਦੀ ਪੁੱਤਰ ਪ੍ਰਾਪਤ ਕਰਨਗੇ। ਕੋਈ ਹੋਰ ਸੰਗਤ ਵਿੱਚੋਂ ਗੁਰੂ ਕਾ ਪਿਆਰਾ ਪ੍ਰਾਪਤ ਕਰੂ ਕਿਸ ਨੂੰ ਮਹਾਰਾਜ ਗੁਰਤਾ ਗੱਦੀ ਬਖਸ਼ਣਗੇ। ਤਾਂ ਸਤਿਗੁਰਾਂ ਨੇ ਥੜੇ ਬਣਵਾ ਕੇ ਪਰਖ ਕਰ ਲਈ। ਸੰਤ ਰੇਣ ਜੀ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਤੋਂ 21 ਵਾਰੀ ਥੜਾ ਬਣਵਾ ਕੇ ਢਵਾਇਆ। ਬਾਕੀ ਤੇ ਮਨ ਵਿੱਚ ਫੁਰਨਾ ਸ਼ੰਕੇ ਦਾ ਕਰ ਗਏ। ਪਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਸੇ ਤਰ੍ਹਾਂ ਪ੍ਰੇਮ ਭਾਵਨਾ ਨਾਲ ਸੇਵਾ ਕਰਦੇ ਰਹੇ। ਕਿਹਾ ਵੀ ਕਈਆਂ ਨੇ ਵੀ ਇੰਨੀ ਵੇਰ ਬਣਾਇਆ ਰਹਿਣ ਦੇ ਜ਼ਰੂਰੀ ਹੈ ਕੋਈ। ਕਹਿੰਦੇ ਵੀ ਸੇਵਾ ਹੀ ਕਰਨੀ ਹੈ। ਦੱਸੋ ਇਹ ਕਰ ਲਾਂਗੇ ਹੋਰ ਜਿਹੜਾ ਹੁਣ ਮਹਾਰਾਜ ਕਹਿੰਦੇ ਆਪਾਂ ਇੱਥੇ ਲੱਗੇ ਹੋਏ ਆ। ਕਰਨੀ ਤਾਂ ਸੇਵਾ ਹੈ ਗੁਰੂ ਦੇ ਦਰ ਤੇ।
ਮੈਨੂੰ ਕੀ ਥੜਿਆਂ ਤੱਕ ਹੈ। ਮਹਾਰਾਜ ਕਹੀ ਜਾਂਦੇ, ਆਪਾਂ ਬਣਾਈ ਜਾਂਦੇ। ਉਹ ਕਹਿੰਦੇ ਢਾਹ ਦੇ, ਆਪਾਂ ਢਾਹ ਦਿੰਨੇ ਆ। ਤੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਸਭ ਨੂੰ ਦੱਸ ਦਿੱਤਾ, ਭਾਈ ਸ਼ੰਕਾ ਖਤਮ ਕਰਤੀ ਕਿ ਗੁਰਤਾ ਗੱਦੀ ਦੇ ਯੋਗ ਹੈ। ਇਹ ਕੱਲ ਵੀ ਗੱਲ ਕੀਤੀ, ਧੁਰੋਂ ਬਖਸ਼ਿਸ਼ਾਂ ਨੇ ਤੇ ਸੰਗਤ ਨੂੰ ਸੰਕੇਤ ਮਹਾਰਾਜ ਨੇ ਦਿੱਤੇ ਹੈ। ਫਿਰ ਭਾਈ ਹਿੰਦਾਲ ਦੀ ਸੇਵਾ ਦੀ ਜਿਹੜਾ ਹੈ ਉਹ ਕਿਵੇਂ ਗੁਰੂ ਸਾਹਿਬ ਜੀ ਗਏ, ਉਹਨੇ ਆਟਾ ਗੁੰਨਦੇ ਨੇ ਹੱਥ ਪਿੱਛੇ ਕਰਕੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ। ਜੰਡਿਆਲੇ ਦੀ ਮੰਜੀ ਉਸ ਨੂੰ ਬਖਸ਼ੀ ਕੇ ਪ੍ਰਚਾਰ ਕਰ। ਇਉਂ ਸਤਿਗੁਰੂ ਨੇ ਜਿਹੜੀਆਂ ਫਿਰ 22 ਮੰਜੀਆਂ ਨੇ, ਪਹਿਲਾਂ 11 ਦਾ ਜ਼ਿਕਰ ਆ ਗਿਆ ਸੀ, 11 ਦਾ ਫਿਰ ਸੰਤ ਰੇਣ ਪ੍ਰੇਮ ਸਿੰਘ ਜੀ ਨੇ 22 ਮੰਜੀਆਂ ਦੱਸੀਆਂ ਕਿ ਕਿਹਨੂੰ ਕਿਹਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਫਿਰ ਬੀਬੀ ਭਾਨੀ ਨੂੰ, ਆਪਣੀ ਪੁੱਤਰੀ ਨੂੰ ਵਰ ਬਚਨ ਦੇਣੇ, ਜੋ ਕਿ ਗੁਰੂ ਸਾਹਿਬ ਦਾ ਜਿਹੜੇ ਚੌਂਕੀ ਸੀ ਉਹਦੇ ਪਾਵੇ ਥੱਲੇ ਆਪਣਾ ਹੱਥ ਰੱਖਿਆ ਕਿ ਕਿਤੇ ਡੋਲ ਨਾ ਜਾਵੇ, ਪਾਵਾ ਟੁੱਟਿਆ ਹੋਇਆ ਸੀ ਤੇ ਮਹਾਰਾਜ ਦੀ ਸਮਾਧੀ ਨਾ ਖੁੱਲ ਜੇ। ਇਉਂ ਹੱਥ ਨੂੰ ਵੀ ਤਕਲੀਫ ਹੋਈ, ਬਾਂਹ ਨੂੰ ਵੀ ਤਕਲੀਫ। ਮਹਾਰਾਜ ਨੇ ਜਦੋਂ ਵੇਖਿਆ, ਗੁਰੂ ਸਾਹਿਬ ਨੇ ਫਿਰ ਬਹੁਤ ਵਰ ਬਖਸ਼ੇ ਔਰ ਆਉਣ ਵਾਲੇ ਭਵਿੱਖਤ ਬਚਨ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਹੇ। ਐਸਾ ਪ੍ਰੇਮ ਹੀ ਹੈ ਕਿ ਜਿਹੜਾ ਕੋਈ ਭਾਈ ਪ੍ਰੇਮ ਨਾਲ ਸੇਵਾ ਕਰਦਾ ਹੈ, ਨੇਤਰ ਕੀ, ਹੱਥ ਕੀ, ਹਿਰਦਾ ਕੀ, ਚਰਨ ਕੀ, ਸਰੀਰ ਹੀ ਸਫਲ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਉਹ ਸਮਾਂ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵਿਵਾਹ ਕਾਰਜ ਦਾ ਪ੍ਰਸੰਗ ਵੀ ਜਿਹੜਾ ਨਾਲ ਦਿੱਤਾ ਹੈ ਕਿ ਉਹ ਕੁੜਮਾਈ ਕਿਵੇਂ ਘੋੜੀਆਂ ਜਿਹੜੀਆਂ ਹਨ ਉਹ ਸ਼ਬਦ 2 ਪੰਕਤੀਆਂ ਦੇ ਕੇ ਸੰਤ ਰੇਣ ਜੀ ਨੇ ਦੱਸਿਆ ਵੀ ਸੱਚੀ ਘੋੜੀ ਕਿਹੜੀ ਗਾਉਣੀ ਚਾਹੀਦੀ ਹੈ। ਖੁਸ਼ੀ ਦੀ ਦੇਹ ਤੇਜਨ ਜੀ ਰਾਮ ਉਪਾਈਆ ਰਾਮ, ਧਨ ਮਾਨਸ ਜਨਮ ਪੁੰਨ ਪਾਈਆ ਰਾਮ। ਇਹ ਫਿਰ ਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕਹੇ ਹੈ। ਆਓ ਅੱਗੇ ਇਤਿਹਾਸ ਦੀ ਕਥਾ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਆਨੰਦ ਤਬ ਸਭ ਨੇ ਪਾਏ। ਤਾਂ ਇਹ ਸੁਣ ਕੇ ਘੋੜੀਆਂ ਦਾ ਸ਼ਬਦ ਸਾਰਿਆਂ ਨੇ ਆਨੰਦ ਪਾਇਆ ਹੈ। ਨਿਰੰਕਾਰ ਜਸ ਘੋੜੀ ਗਾਏ। ਉਹ ਘੋੜੀ ਗਾਉਣੀ ਹੈ ਜਿਹਦੇ ਵਿੱਚ ਨਿਰੰਕਾਰ ਦਾ ਜਸ ਹੈ। ਅਸ ਬਿਦ ਨਿਤ ਨਏ ਮੰਗਲ ਭਏ। ਇਸ ਤਰ੍ਹਾਂ ਭਾਈ ਹਰ ਰੋਜ਼ ਨਵੇਂ ਮੰਗਲ ਖੁਸ਼ੀਆਂ ਹੋ ਰਹੀਆਂ। ਜਬ ਪੁੰਨਿਆ ਮੈਂ ਇੱਕ ਦਿਨ ਰਹੇ। ਜਦੋਂ ਇਉਂ ਭਾਈ ਪੁੰਨਿਆਂ ਵਿੱਚ ਇੱਕ ਦਿਨ ਰਹਿ ਗਿਆ ਹੈ। ਤਬ ਹੀ ਭਈ ਜਨੇਤ ਤਿਆਰਾ। ਤਾਂ ਬਰਾਤ ਦੀਆਂ ਤਿਆਰੀਆਂ ਹੋਈਆਂ ਹਨ। ਅਮਰਦਾਸ ਪਗ ਬੰਧਨ ਧਾਰਾ। ਸਭ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ। ਵਿਆਹ ਆਨੰਦ ਕੀ ਆਗਿਆ ਪਾਏ। ਜੋ ਆਨੰਦ ਵਿਆਹ ਦੀ ਹੁਕਮ ਆਗਿਆ ਪਾਈ ਹੈ। ਚੱਲੇ ਅਨਕ ਬਾਜੇ ਬਜਵਾਏ। ਅਨੇਕਾਂ ਬਾਜੇ ਵਜਾਉਂਦੇ ਹੋਏ ਚੱਲੇ ਹਨ। ਸਾਂਝ ਸਮੇਂ ਪੁਰ ਮਹਿ ਪਹੁੰਚਾਏ। ਪੁੰਨਿਆ ਤੋਂ ਇੱਕ ਦਿਨ ਪਹਿਲਾਂ ਸ਼ਾਮ ਦੇ ਸਮੇਂ ਨਗਰ ਵਿੱਚ ਪਹੁੰਚ ਗਏ। ਕਿਸ਼ਨ ਚੰਦ ਬਹੁ ਸੇਵ ਕਰਾਏ। ਮਾਤਾ ਗੰਗਾ ਜੀ ਦੇ ਪਿਤਾ ਸ਼੍ਰੀ ਕਿਸ਼ਨ ਚੰਦ ਉਹ ਬਹੁਤ ਸੇਵਾ ਕੀਤੀ ਹੈ। ਛਕ ਪ੍ਰਸਾਦ ਮਿਲਣੀ ਮਿਲ ਕੀਨੀ। ਪ੍ਰਸਾਦ ਛਕ ਕੇ ਮਿਲੇ ਮਿਲਣੀ ਕੀਤੀ ਹੈ। ਸ਼ਬਦ ਗੁਰੂ ਬਰਖਾ ਰਸ ਭਿੰਨੀ। ਗੁਰੂ ਦੇ ਸ਼ਬਦਾਂ ਦੀ ਬਰਖਾ ਜਿਹੜਾ ਮੀਂਹ ਰਸ ਭਿੰਨਾ ਪਿਆ ਹੈ। ਸ੍ਰੀ ਅਰਜਨ ਹਰ ਹਾਂ ਇੱਕ ਸਾਰੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ
ਜਿਹੜੀ ਸਾਲੀ ਮਾਤਾ ਗੰਗਾ ਜੀ ਦੀ ਭੈਣ ਸੀ, ਉਹਦਾ ਨਾਂ ਸੀ ਹਰਹਾਂ। ਉਹ ਇੱਕ ਸੀ ਕਹਿ ਸ੍ਰੀ ਅਰਜਨ ਕੋ ਤੇਹ ਬਾਰੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਸ ਸਮੇਂ ਕਹਿਣ ਲੱਗੀ, ਛੰਦ ਸੁਨਾਵੋ ਸਮਾਂ ਵਿਚਾਰਿਓ। ਇਉਂ ਇਹ ਸੰਦ ਜਿਹੜਾ ਸੁਣਾਓ ਆ ਸਮਾਂ ਵਿਚਾਰ ਕਰਕੇ। ਸੋਨ ਸ੍ਰੀ ਮੁਖ ਤੇ ਐਸ ਉਚਾਰਿਓ। ਤੇ ਤਾਂ ਭਾਈ ਇਹ ਸੁਣ ਕੇ ਸੁਭਾਈ ਮਾਨ ਮੁਖ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹ ਉਚਾਰਿਆ ਹੈ, ਫੁਨਹੇ ਛੰਦ। ਜਿਹੜੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫੁਨਹੇ ਨਾਮ ਦੀ ਬਾਣੀ ਇਹ ਛੰਦ ਆਉਂਦੇ ਹਨ। ਸੰਤ ਸਭਾ ਮਹਿ ਬੈਸ ਕੇ ਕੀਰਤ ਮੈਂ ਕਹਾਂ। ਕਿਹੜਾ ਹੈ ਭਾਈ ਉਹ ਫੁਨਹੇ ਕਿਹੜੇ, ਜਿਹੜੇ ਸੰਤ ਸਭਾ ਵਿੱਚ ਬੈਠ ਕਰਕੇ ਜੋ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਹੈ ਉਹ ਕਹਿਣੀ। ਕਿਉਂਕਿ ਪ੍ਰਮਾਤਮਾ ਦਾ ਜਸ, ਵਾਹਿਗੁਰੂ ਦੀ ਮਹਿਮਾ ਇਹ ਕਰਨੀ ਜਿਹੜੀ ਹੈ। ਸੰਤ ਸਭਾ ਕਿਹੜੀ ਹੈ? ਉਹ ਹੈ ਗੁਰਮੁਖੋ ਸਤਸੰਗ। ਸਤਸੰਗ ਵਿੱਚ ਬੈਠ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਕੀਰਤੀ ਹੈ ਇਹ ਸਭ ਤੋਂ ਮਹਾਨ ਹੈ। ਕਿਉਂ ਕਿਤੇ ਨੂੰ ਸਾਧ ਸਭਾ ਵੀ ਕਿਹਾ, ਕਿਤੇ ਗੁਰਮੁਖੋ ਜਿਹੜਾ ਹੈ ਗੁਰਮੁਖ ਸਭਾ, ਗੁਰਮੁਖਾਂ ਦੀ ਸਭਾ ਕਿਹਾ। ਸੰਤ ਸਭਾ ਭਾਵ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕੋਈ ਵੀ ਪ੍ਰਾਣੀ ਇਕੱਤਰ ਹੁੰਦੇ ਹਨ, ਇਹ ਸੰਤ ਸਭਾ ਹੈ। ਸੰਤ ਸਭਾ ਮਹਿ ਬੈਸ ਕਿ ਕੀਰਤ ਮੈਂ ਕਹਾਂ। ਸੰਤ ਸਭਾ ਦੇ ਵਿੱਚ ਬੈਸ ਕਰਕੇ ਬੈਠ ਕੇ ਇਹ ਕੀਰਤੀ ਕਹਿਣੀ ਪ੍ਰਮਾਤਮਾ ਵਾਹਿਗੁਰੂ ਜੀ ਦੀ, ਸਤਿਗੁਰੂ ਦਾ ਜਸ ਕਰਨਾ। ਤੇ ਜੋ ਪਰਮੇਸ਼ਰ ਦਾ ਜਸ ਹੈ ਇਹ ਫੁਨਹੇ ਦੀ ਜਿਹੜੀ ਬਾਣੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫੁਨਹੇ ਮਹੱਲਾ ਪੰਜਵਾ ਦੇ ਸਿਰਲੇਖ ਹੇਠ ਜਿਹੜਾ ਹੈ ਫੁਨਹਾ, ਇਹ ਭਾਵ ਫੁਨਹਾ ਛੰਦ ਉਹਨੂੰ ਕਹਿੰਦੇ ਜਿਹਦੇ ਚਾਲ ਦੇ ਵਿੱਚ ਉਹੀ ਚਾਲ ਮੁੜ ਮੁੜ ਕੇ ਬਾਰ-ਬਾਰ ਉਲਟਾਈ ਜਾਵੇ। ਤੇ ਪਿੰਗਲ ਦੇ ਵਿੱਚ ਇਹਨੂੰ ਅੜਿੱਲ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਜਿਵੇਂ ਇੱਕ ਮੱਤਾ ਜਾਸ ਵਿਖੇ ਸ਼ੁਭ ਕੀਜੀਏ, 11 ਪੈ ਵਿਸ਼ਰਾਮ ਸੋ ਨੀਕੇ ਦੀਜੀਏ। ਇਹਦੇ ਵਿਸ਼ਰਾਮ ਵੀ ਦੱਸੇ ਨੇ ਕਿ ਕਿਵੇਂ ਕਿਵੇਂ ਜਿਹੜੇ ਹੈ ਉਹ ਕੀਤੇ ਜਾਂਦੇ ਹੈ। ਇਹਦਾ ਚਲੋ ਜਿਹੜਾ ਫੁਨਿਆਂ ਦਾ ਭਾਵ ਦੱਸਿਆ ਹੈ ਫੁਨਹੇ, ਇਹਦੇ ਵਿੱਚ ਫਿਰ ਇਹਦੇ ਗੁਰਮੁਖਾਂ ਨੇ ਵੀ ਆਪਣੇ ਭਾਵ ਲਏ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਕਿਰਪਾ ਕੀਤੀ ਜਦੋਂ ਕਿ ਨਗਰ ਦੀਆਂ ਲੜਕੀਆਂ ਸੀ ਜਾਂ ਉਥੋਂ ਦੇ ਰੀਤੀ ਰਿਵਾਜ ਹੁੰਦੇ ਸਨ ਕਿ ਜਿਵੇਂ ਹੁਣ ਬਹੁਤ ਪਿੰਡਾਂ ਵਿੱਚ ਨੇ ਕਿ ਕੋਈ ਵੀ ਲਾੜਾ ਉਸ ਨਗਰ ਵਿੱਚ ਵਿਆਹਣ ਆਉਂਦਾ ਸੀ ਤਾਂ ਲੜਕੀਆਂ ਫਿਰ ਕਿੱਲਾ ਗੱਡ ਦਿੰਦੀਆਂ ਸੀ ਤੇ ਘੋੜੇ ਤੇ ਸਵਾਰ ਹੋ ਕੇ ਉਹਨੂੰ ਫਿਰ ਜਿਵੇਂ ਹੁਣ ਨਿਹੰਗ ਸਿੰਘ ਆਪਾਂ ਵੇਖਦੇ ਆ ਘੋੜੇ ਭਜਾ ਕੇ ਉਹ ਨੇਜੇ ਨਾਲ ਕਿੱਲਾ ਪੱਟਦੇ ਆ, ਉਸ ਤਰ੍ਹਾਂ ਭਾਈ ਉਹ ਪੱਟਣਾ ਪੈਂਦਾ ਹੁੰਦਾ ਸੀ ਪਿੰਡਾਂ ਦਾ। ਉਹਦਾ ਇਹ ਜਿਹੀਆਂ ਚੀਜ਼ਾਂ ਤਾਂ ਚੱਲੀਆਂ ਸੀ, ਉਹ ਫਿਰ ਵੇਖਿਆ ਜਾਂਦਾ ਸੀ ਵੀ ਜਿਹੜਾ ਸਾਡੇ ਨਗਰ ਦੀ ਲੜਕੀ ਵਿਆਹੁਣ ਆਇਆ ਹੈ ਉਹਦੇ 'ਚ ਕੋਈ ਹੁਨਰ ਵੀ ਹੈ, ਉਹ ਕੋਈ ਜਾਣਕਾਰ ਵੀ ਹੈ, ਕੋਈ ਉਹਨੂੰ ਕੂਈ ਹੈ ਮਿੱਟੀ ਦਾ ਮਾਧੋ। ਇਸ ਤਰ੍ਹਾਂ ਦਾ ਉਹ ਕਿਤੇ ਉੱਥੇ ਇੱਕ ਕਰੀਰ ਦਾ ਦਰਖਤ ਜਿਹਾ ਸੀ, ਕਿਸੇ ਇਤਿਹਾਸਕਾਰਾਂ ਨੇ ਬੇਰੀ ਵੀ ਲਿਖਿਆ। ਉਹ ਕੀ ਕੀਤਾ ਵੀ ਕਿੱਲਾ ਗੱਡਣ ਦੀ ਬਜਾਏ ਉਹਨਾਂ ਮੁੱਢ ਵਢਾਤਾ ਤਾਹਾਂ ਤੋਂ ਤੇ ਉਹਨੂੰ ਕਿੱਲੇ ਵਾਂਗੂ ਉੱਤੋਂ ਘੜਤਾ। ਇਉਂ ਲੱਗੇ ਜਿਵੇਂ ਉਹ ਦੂਰੋਂ ਕਿ ਕਿੱਲਾ ਗੱਡਿਆ ਹੋਇਆ ਹੈ। ਤੇ ਕਿਉਂਕਿ ਲਾੜੇ ਦਾ ਬਲ ਦੇਖਣਾ, ਯੋਧਾ ਕਿੰਨਾ ਕੀ ਹੈ। ਗੁਰੂ ਸਾਹਿਬ ਤੇ ਕੋਈ ਐਸਾ ਉਹਨਾਂ ਦਾ ਨਿਸ਼ਚਾ ਨਹੀਂ ਸੀ ਤੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਵੀ ਇਉਂ ਕਰੋ, ਪਹਿਲਾਂ ਆ ਜਿਹੜਾ ਹੈ ਕਿੱਲਾ ਪੁੱਟੋ,
ਹਾਸੇ ਮਖੌਲ ਵਿੱਚ ਕਹਿਤਾ। ਤੇ ਘੋੜੇ ਤੇ ਚੜੇ ਹੋਏ ਗੁਰੂ ਪਾਤਸ਼ਾਹ ਮਹਾਰਾਜ ਨੇ ਨੇਜੇ ਨਾਲ, ਕਈ ਵਿਦਵਾਨਾਂ ਇਤਿਹਾਸਕਾਰਾਂ ਨੇ ਚਰਨਾਂ ਦੀ ਠੋਕਰ ਨਾਲ ਹੀ ਲਿਖਿਆ, ਪਰ ਉਹ ਘੋੜੇ ਤੇ ਸਵਾਰ ਹੋ ਕੇ ਨੇਜੇ ਨਾਲ ਉਹ ਜਿਹੜਾ ਮੁੱਢ ਜਿਹਾ ਸੀ ਸਾਰਾ ਹੀ ਜੜੋਂ ਪੱਟ ਕੇ ਸੁੱਟਤਾ ਤੇ ਸੁਭਾਵਕ ਬਚਨ ਕਰਤੇ ਵੀ ਤੁਸੀਂ ਕਰਾਮਾਤ ਪਰਖੀਆ ਲਓ, ਆ ਪੁੱਟਤੀਆਂ ਤੁਹਾਡੀਆਂ ਨਗਰ ਵਾਲਿਓ ਜੜਾਂ। ਹੁਣ ਉਹ ਸਵੈਕੀ ਬਚਨ ਕਹੇ, ਅੱਜ ਵੀ ਤੁਸੀਂ ਕਦੇ ਚਲੇ ਜਾਓ ਫਲੌਰ ਕੋਲੇ ਪਿੰਡ ਹੈ, ਉੱਥੇ ਜਾ ਕੇ ਪੁੱਛ ਲਓ, ਪਿੰਡ ਉੱਜੜ ਕੇ ਨਾਲ ਵਸਿਆ, ਫਿਰ ਉੱਥੋਂ ਉਸੇ ਜਗ੍ਹਾ ਤੋਂ ਉੱਜੜਿਆ ਤੇ ਨਾਲ ਹੀ ਵਸ ਗਿਆ। ਉਹ ਇਹ ਮਹਾਰਾਜ ਦੇ ਬਚਨ, ਕਿਉਂਕਿ ਗੁਰੂ ਸਾਹਿਬ ਨੂੰ ਮਿੰਨਤਾਂ ਕੀਤੀਆਂ, ਮਹਾਰਾਜਾ ਕਿਰਪਾ ਕਰੋ। ਹੁਣ ਉਹ ਕਹਿਣ ਦਾ ਭਾਵ ਹੈ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਉਹ ਤਾਂ ਜਨਮ ਤੋਂ ਹੀ ਜਿਹੜਾ ਹੈ, ਜਿਹੜੀ ਜੋਤ ਹੈ ਨਾ, ਉਹ ਤਾਕਤਾਂ ਤਾਂ ਉਵੇਂ ਹੀ ਨੇ ਨਾਲ। ਉਹ ਤਾਂ ਗੁਰਤਾ ਗੱਦੀ ਤੇ ਬੈਠ ਕੇ ਉਹ ਹੁਣ ਧੁਰੋਂ ਬਖਸ਼ਿਸ਼ਾਂ ਹੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਫਿਰ ਬਚਨ ਹੋਏ। ਗੁਰੂ ਸਾਹਿਬ ਕਹਿੰਦੇ ਇੱਥੇ ਸਾਡੀ ਯਾਦ ਵਿੱਚ ਗੁਰਦੁਆਰਾ ਬਣੂ, ਨਗਰ ਇੱਥੋਂ ਹੋਰ ਥਾਂ ਵਸੂ। ਫਿਰ ਮਾਤਾ ਗੰਗਾ ਜੀ ਦੀ ਭੈਣ ਸੀ ਹਰਹਾਂ, ਫਿਰ ਉਹਨੇ ਕਿਹਾ ਕੋਈ ਛੰਦ ਸੁਣਾਓ, ਕਿਉਂਕਿ ਉਦੋਂ ਪਹਿਲੇ ਸਮਿਆਂ ਵਿੱਚ ਹੁੰਦਾ ਸੀ ਨਾ, ਛੰਦ ਪਰਾਗੇ ਆਈਏ ਜਾਈਏ, ਇਸ ਤਰ੍ਹਾਂ ਜੇ ਕੋਈ ਗਾਉਂਦੇ ਹੁੰਦੇ ਸੀ। ਇਹ ਲਾੜੇ ਤੋਂ ਛੰਦ ਸੁਣਨ ਦੀ ਰਿਵਾਜ ਰੀਤੀਆਂ ਹੁੰਦੀਆਂ ਸੀ ਪਹਿਲਾਂ। ਤੇ ਉਹ ਕਹਿੰਦੇ ਸੁਣਾਓ। ਲੜਕੀਆਂ ਕਹਿੰਦੀਆਂ, ਜਿਹੜੀ ਸਾਲੀ ਸੀ ਮਹਾਰਾਜ ਦੀ ਰਿਸ਼ਤੇ ਚੋਂ ਹਰਹਾਂ। ਤੇ ਸਤਿਗੁਰੂ ਨੇ ਫਿਰ ਕਿਹਾ ਵੀ ਉਹ ਤਾਂ ਜਿਹੜੇ ਹੁਣ ਦੁਨੀਆ ਗਾਉਂਦੀ ਆ ਤਾਂ ਵਿਕਾਰਾਂ ਵਿਸ਼ਿਆਂ ਦੇ ਆ ਭਾਈ, ਇਹ ਤਿਆਗ ਕੇ ਪਰਮੇਸ਼ਰ ਦੀ ਪ੍ਰੀਤ ਵਾਲਾ ਜਿਹੜਾ, ਜਾਂ ਇਸਤਰੀ ਨੂੰ ਪਤੀਵਰਤਾ ਧਰਮ ਵਿੱਚ ਪ੍ਰਪੱਕਤਾ ਰੱਖਣੀ ਹੈ। ਫਿਰ ਮਹਾਰਾਜ ਨੇ ਇਹ ਗੁਰਮੁਖੋ ਛੰਦ ਜਿਹੜਾ ਸੁਣਾਇਆ, ਗੁਰੂ ਪਾਤਸ਼ਾਹ ਮਹਾਰਾਜ ਨੇ ਉੱਥੇ ਗਾਇਨ ਕੀਤੇ ਹੈ। ਇੱਥੇ ਜਿਹੜਾ ਹੈ ਹੁਣ ਸੰਤਰੇਣ ਜੀ ਨੇ ਭਾਵੇਂ ਇਹ ਥੋੜੀਆਂ ਪੰਗਤੀਆਂ ਦਿੱਤੀਆਂ, ਇੱਕੋ ਹੀ ਛੰਦ ਦਿੱਤਾ ਹੈ। ਪੜ੍ਹਦੇ ਹਾਂ ਆਪਾਂ, ਹਾਥ ਕਲਮ ਅਗੰਮ ਮਸਤਕ ਲੇਖਾਵਤੀ। ਪਰਮੇਸ਼ਰ ਦੀ ਸਿਫਤ ਕੀਤੀ ਵੀ ਵਾਹਿਗੁਰੂ ਤੇਰੇ ਹੱਥ ਵਿੱਚ ਹਾਥ ਕਲਮ ਅਗੰਮ, ਇੱਕ ਅਗੰਮੀ ਕਲਮ ਫੜੀ ਹੈ। ਮਸਤਕ ਲਿਖਾਵਤੀ, ਤੇ ਸਭ ਦੇ ਮੱਥੇ ਦੇ ਜਿਹੜੇ ਹੈ ਉਹ ਤੂੰ ਭਾਗ ਲਿਖਦਾ। ਤੇ ਇਹ ਗੁਰਮੁਖੋ ਪੰਗਤੀਆਂ ਗੌੜੀ ਰਾਗ ਵਿੱਚ ਵੀ 261 ਅੰਗ ਤੇ ਆਈਆਂ, ਥੋੜਾ ਪਾਠ ਭੇਦ ਅੰਤਰ ਹੈ। ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ, ਹੇ ਅਨੂਪ ਉਪਮਾ ਰਹਿਤ ਰੂਪਾਵਤੀ, ਸੁੰਦਰ ਸਰੂਪ ਵਾਲੇ ਵਾਹਿਗੁਰੂ। ਉਰਜ ਰਹਿਓ ਸਭ ਸੰਗ, ਤੋਂ ਸਾਰਿਆਂ ਦੇ ਵਿੱਚ ਉਰਜਿਆ ਭਾਵ ਮਿਲਿਆ ਹੋਇਆ ਹੈ। ਉਸਤਤ ਕਹਿਨ ਨਾ ਜਾਏ ਮੁਖੋ ਤੁਹਾਰੀਆ, ਤੇਰੀ ਹੈ ਪਰਮੇਸ਼ਰ ਵਡਿਆਈ ਮਹਿਮਾ, ਇਹ ਮੁਖ ਤੋਂ ਕੋਈ ਪੂਰਨ ਤੌਰ ਤੇ ਕਹੀ ਨਹੀਂ ਜਾ ਸਕਦੀ। ਮੋਹੀ ਦੇਖ ਦਰਸ ਨਾਨਕ ਬਲਿਹਾਰੀਆ, ਤੇਰਾ ਦਰਸ਼ਨ ਵੇਖ ਕਰਕੇ ਹੀ ਸਾਡੀ ਬੁੱਧੀ ਮੋਹਿਤ ਹੋ ਗਈ ਹੈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਗੁਰਮੁਖੋ ਜਿਹੜੇ ਹੈ ਛੰਦ ਗੁਰੂ ਪਾਤਸ਼ਾਹ ਮਹਾਰਾਜ ਨੇ ਲਿਖੇ, ਉਹਦੇ ਵਿੱਚ ਹੀ ਫਿਰ ਇਹ ਆਉਂਦਾ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਉਚਾਰਨ ਕੀਤਾ, ਨਾਲ ਫਿਰ ਸਤਿਗੁਰੂ ਨੇ ਕਿਹਾ, ਸੰਤ ਸਭਾ ਮਹਿ ਬੈਸ ਕੇ ਕੀਰਤ ਮੈਂ ਕਹਾਂ। ਇੱਕ ਜਗਿਆਸੂ ਭਾਵ ਕਿ ਇੱਕ ਜਿਹੜੀ ਹੈ ਹੁਣ ਸ਼ੁਭ ਇਹ ਜਿਹੜੇ ਹੈ ਗੁਰਮੁਖੋ ਮਹਾਰਾਜ ਨੇ ਛੰਦ ਪਰਾਗਾ ਜਿਹੜਾ ਸ਼ੁਭ ਗਾਇਆ ਰੱਬ ਦੀ ਸਿਫਤ। ਇਹ ਸਖੀ ਜਿਵੇਂ ਲੜਕੀ ਵਿਆਹੁਣ ਵਾਲੀ ਜਿਹੜੀ ਹੁੰਦੀ ਹੈ, ਉਹਦੀਆਂ ਸਹੇਲੀਆਂ ਹੁੰਦੀਆਂ, ਤੇ ਹੁਣ ਮਖੌਲ ਹੁੰਦਾ, ਹੋਰ ਬਹੁਤ ਕੁਝ। ਹੁਣ ਤਾਂ ਵਿੱਚ ਵਿੱਚ ਪੁੱਠੇ ਸਿੱਧੇ ਜਿਹੜਾ ਉਹ ਕੰਮ ਵੀ ਹੁੰਦਾ ਹੈ। ਹੁਣ ਭਾਵੇਂ ਸਿਆਣੇ ਹੋ ਗਏ, ਅੱਗੇ ਤਾਂ ਐਵੇਂ ਕੁਰਸੀ ਤੇ ਬਿਠਾਉਣ ਲੱਗਣਾ, ਉਹ ਖਿੱਚ ਦੇਣੀ, ਸੁੱਟ ਦੇਣਾ ਕਿਸੇ ਨੂੰ। ਇਹ ਇੱਕ ਤਰ੍ਹਾਂ ਦੀਆਂ ਇਹੋ ਜਿਹੀਆਂ ਬੇਇੱਜ਼ਤੀਆਂ ਨਾ। ਕਈ ਜਗ੍ਹਾ ਤੇ ਪਹਿਲਾਂ ਇਹੋ ਜਿਹਾ ਹੁੰਦਾ ਸੀ ਕਿ ਮੰਜਾ ਡਾਲਣਾ, ਉਹ ਬੁਣਿਆ ਹੁੰਦਾ ਨਹੀਂ ਸੀ, ਉੱਤੇ ਐ ਚਾਦਰ ਕੱਸ ਦੇਣੀ, ਲਾੜੇ ਨੂੰ ਕਹਿਣਾ ਬੈਠੋ ਜੀ ਮੰਜੇ ਤੇ, ਉਹ ਵਿਚਾਰੇ ਨੇ ਬੈਠਣ ਲੱਗੇ ਨੇ ਡਿੱਗ ਪੈਣਾ। ਤੇ ਇਹੋ ਜਿਹਾ ਕੁਛ ਫਿਰ ਜਦੋਂ ਕਈ ਜਗ੍ਹਾ ਤੇ ਦੇਖੋ, ਇਹ ਹਾਸਾ ਮਖੌਲ ਕਲੇਸ਼ ਦਾ ਵੀ ਕਾਰਨ ਬਣ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਕਿ ਜਿਹੜਾ ਕਲੇਸ਼ ਦਾ ਕਾਰਨ ਨਾ ਬਣੇ, ਤੁਸੀਂ ਰੱਬ ਦੀ ਸਿਫਤ ਗਾਓ।
ਸੰਤ ਸਭਾ ਮਹਿ ਬੈਸ ਕਿ ਕੀਰਤ ਮੈਂ ਕਹਾਂ। ਇੱਕ ਜਗਿਆਸਾ ਭਾਵ ਰੂਪ ਸਖੀ ਸਹੇਲੀ, ਉਹ ਕਹਿੰਦੀ ਹੈ ਵੀ ਐ ਮੇਰੀ ਉਹ ਸਹੇਲੀਓ, ਹੈ ਮਹਾਤਮਾ ਰੂਪ ਗੁਰਮੁਖ ਰੂਪ ਸਖੀਓ। ਸੰਤ ਸਭਾ ਮਹਿ ਬੈਸ, ਕਿ ਤੁਹਾਡੀਆਂ ਸੰਤ ਸਭਾ, ਗੁਰਮੁਖਾਂ ਦੀ ਸਭਾ, ਸ਼ਾਂਤ ਚਿੱਤ ਗੁਰਮੁਖਾਂ ਦੀ ਸਭਾ ਸੰਗਤ ਵਿੱਚ ਬੈਠ ਕੇ ਕਿ ਕੀਰਤ ਮੈਂ ਕਹਾਂ, ਉਹ ਪਰਮੇਸ਼ਰ ਵਾਹਿਗੁਰੂ ਦੀ ਮੈਂ ਐਸੀ ਜੋ ਕੀਰਤੀ ਹੈ ਉਹ ਕਹਿਣਾ ਕਰਦੇ ਆ। ਕਹਾ ਮੈਂ ਭਾਵ ਕਹਿੰਦੀ ਹਾਂ। ਅਰਪੀ ਸਭ ਸੀਗਾਰ, ਇਹੋ ਜੀਓ ਸਭ ਦੇਵਾ। ਤਿਉ ਜਸ ਕੀਤਾ ਅਰਪੀ ਸਭ, ਸਾਰੇ ਜਿੰਨੇ ਸ਼ਿੰਗਾਰ ਕਿਹੜੇ ਹੁੰਦੇ ਆ ਗੁਰਮੁਖ ਦੇ, ਜਾਪ ਤਾਪ ਸਾਧਨਾ ਕਰਨੀ, ਇਹ ਗੁਰਮੁਖੋ ਸ਼ਿੰਗਾਰ ਹੈ ਤੇ ਇਹ ਪਰਮੇਸ਼ਰ ਰੂਪ ਪਤੀ ਨੂੰ ਅਰਪਣ ਕਰਦੇ ਹਾਂ। ਅਰਪੀ ਸਭ ਸ਼ਿੰਗਾਰ, ਇਹੋ ਜੀਓ ਸਭ ਦੇਵਾ। ਤੇ ਜਿਹੜਾ ਜੀਓ ਜ਼ਿੰਦਗੀ ਜੀਵ ਆ, ਇਹ ਵੀ ਸਾਰਾ ਕੁਝ ਉਸ ਨੂੰ ਮੈਂ ਅੱਗੇ ਭੇਟ ਕਰ ਦੇਵਾਂ। ਆਸ ਪਿਆਸੀ ਸੇਜ ਸੋ ਕੰਤ ਵਿਛਾਈ ਐ। ਤਾਂ ਫਿਰ ਸੰਤ ਜਨ ਕਹਿੰਦੇ ਆ ਵੀ ਇਹ ਜਗਿਆਸਾ ਰੱਖਣ ਵਾਲੀ ਏ ਸਖੀਏ, ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਜਿਹੜੀ ਆਸ ਹੈ, ਆਸ ਪਿਆਸੀ ਸੇਜ, ਉਹਦੇ ਨਾਲ ਆਸਾ ਨਾਲ ਪਿਆਸੀ ਹੋ ਕੇ ਸੇਜ ਸੋ ਕੰਤ ਵਿਛਾਈ ਹੈ। ਉਹ ਕੰਤ ਹੈ ਪਤੀ ਪਰਮੇਸ਼ਰ, ਉਹਦੇ ਵਾਸਤੇ ਫਿਰ ਤੂੰ ਇਉਂ ਕਰ ਸੇਜਾ ਵਿਛਾ। ਕਿਹੜੀ? ਸ਼ਰਧਾ ਰੂਪੀ ਸੇਜਾ ਭਾਵ ਵਾਹਿਗੁਰੂ ਪ੍ਰਤੀ ਸ਼ਰਧਾ ਧਾਰਨ ਕਰ। ਹਰ ਹਾਂ ਮਸਤਕ ਹੋਵੈ ਭਾਗ, ਤਾ ਸਾਜਨ ਪਾਈਐ। ਹਰ ਹਾਂ ਸੰਬੋਧਨ ਹੋ ਕੇ ਸਾਰਿਆਂ ਨੂੰ ਹੀ ਇਹ ਉਪਦੇਸ਼ ਹੈ ਨਾ ਕਿ ਹੇ ਹਰ ਹਾਂ, ਭਾਵ ਜੋ ਪ੍ਰਮਾਤਮਾ ਦੇ ਅੰਦਰ ਜਗਿਆਸਾ ਰੱਖਣ ਵਾਲੀ ਹਰ ਹਾਂ, ਇਹ ਜਗਿਆਸੂ ਰੂਪ ਸਖੀ, ਅਗਰ ਤੇਰੇ ਅੰਦਰ ਹਰ ਹਾਂ, ਇਹ ਇੱਕ ਪੁਰਾਤਨ ਸਮੇਂ ਦੇ ਵਿੱਚ ਇਉਂ ਵੀ ਹੁੰਦਾ ਸੀ ਵੀ ਜਿਵੇਂ ਆਪਾਂ ਕਹਿੰਦੇ ਹਾਂ ਠੀਕ ਹੈ, ਆਹ ਗੱਲ ਕਹਿ ਕੇ ਗੱਲ ਸ਼ੁਰੂ ਕਰਦੇ ਹੁੰਦੇ ਸੀ ਨਾ। ਤੋ ਸੰਪਰਦਾ ਵਿੱਚ ਅਰਥ ਇਹੀ ਹੈ ਵੀ ਮਾਤਾ ਗੰਗਾ ਜੀ ਦੀ ਭੈਣ ਦਾ ਨਾਮ ਹੈ, ਇਤਿਹਾਸ ਵਿੱਚ ਵੀ ਇਹ ਜ਼ਿਕਰ ਆਇਆ ਤੇ ਵਿਆਕਰਨ ਵਾਲੇ ਕਹਿੰਦੇ ਇਹ ਕੋਮਲ ਅਲਾਪ ਸੰਬੋਧਨ ਹੈ ਤੇ ਇਹਦੇ ਹਰਹਾਂ ਦੇ ਅਰਥ ਹੈ ਭਾਈ ਹੈ, ਮਿੱਤਰ ਪਿਆਰੇ ਵੀ ਬਣਦਾ ਹੈ। ਤੇ ਇਸ ਤਰ੍ਹਾਂ ਜਿਵੇਂ ਹੁਣ ਆਪਾਂ ਕਹਿੰਦੇ ਬੇਸ਼ੱਕ ਆਹ ਗੱਲ ਹੈ, ਇਹ ਗੱਲ ਠੀਕ ਹੈ, ਆਹ ਗੱਲ ਪਹਿਲਾਂ ਆਪਾਂ ਕੋਈ ਸ਼ਬਦ ਆਪਣੇ ਕੋਲੋਂ ਲਾ ਲੈਂਦੇ ਆ ਤੇ ਉਹ ਇਸ ਤਰ੍ਹਾਂ ਹਰਹਾਂ ਗੁਰੂ ਸਾਹਿਬ ਨੇ ਉਹ ਆਪਣੇ ਰਿਸ਼ਤੇ ਵਿੱਚੋਂ ਲੱਗਦੀ ਸਾਲੀ ਉਹਨੂੰ ਵੀ ਸੰਬੋਧਨ ਉਪਦੇਸ਼ ਤਾਂ ਸਾਰਿਆਂ ਨੂੰ ਹੈ ਗੁਰਬਾਣੀ ਵਿੱਚ। ਹਰਹਾ ਮਸਤਕ ਹੋਵੇ ਭਾਗ, ਮੱਥੇ ਦੇ ਸ਼ੁਭ ਭਾਗ ਜਾਂ ਅੰਤਸ਼ ਕਰਨ ਰੂਪੀ ਮਸਤਕ ਦੇ ਕਰਮ ਭਾਗ ਲੇਖ ਹੋਣ ਤਾਂ ਸਾਜਨ ਪਾਈਐ। ਤਾਂ ਸੱਜਣ ਪਤੀ ਪਰਮੇਸ਼ਰ ਜਿਹੜਾ ਹੈ ਉਹ ਪਾਇਆ ਜਾਂਦਾ ਹੈ, ਭਾਵ ਉਸ ਸੱਜਣ ਦੀ ਪ੍ਰਵਾਪਤੀ ਹੁੰਦੀ ਹੈ। ਇਹ ਲੰਮੇਰਾ ਸ਼ਬਦ ਹੈ ਜਿਹੜਾ ਗੁਰੂ ਸਾਹਿਬ ਨੇ ਇੱਥੇ ਸੰਤ ਰੇਣ ਜੀ ਨੇ ਇੰਨੀਆਂ ਹੀ ਪੰਗਤੀਆਂ ਇਹ ਜਿਹੜਾ ਹੈ ਇੱਕ ਹੀ ਛੰਦ ਦਿੱਤਾ ਹੈ। ਅੱਗੇ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਸਖੀ ਕਾਜਲ ਹਾਰ ਤੰਬੋਲ ਸਭ ਹੈ ਕਿਛ ਸਾਜਿਆ। ਉਹ ਫਿਰ ਇਸ ਤਰ੍ਹਾਂ ਵੀ ਸਖੀਓ ਪਰਮੇਸ਼ਰ ਦੀ ਪ੍ਰਾਪਤੀ, ਜਿਵੇਂ ਹੁਣ ਪਤੀ ਪ੍ਰਾਪਤੀ ਵਾਸਤੇ ਬਾਹਰ ਸ਼ਿੰਗਾਰ ਕੀਤਾ ਜਾਂਦਾ ਹੈ, ਕਾਜਲ ਪਾ ਲਿਆ, ਹਾਰ ਪਾ ਲਿਆ, ਤੰਬੋਲ ਪਾ ਲਿਆ ਮੁੱਖ ਵਿੱਚ। ਇਸੇ ਤਰ੍ਹਾਂ ਕੀ ਹੈ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਜਿਹੜਾ ਸ਼ਿੰਗਾਰ ਕਰਨਾ ਹੈ, ਭਾਵ ਸ਼ੁਭ ਕਰਮ ਕਰਨੇ, ਸਮਾਧੀ ਰੂਪ ਕੱਜਲ ਹੈ, ਵਾਹਿਗੁਰੂ ਦਾ ਨਾਮ ਉਚਾਰਨ ਰੂਪੀ ਗਲ ਦਾ ਹਾਰ ਹੈ। ਇਸੇ ਤਰ੍ਹਾਂ ਭਾਈ ਜਿਹੜੇ ਸ਼ੁਭ ਮਹਾਂਵਾਕ ਪਰਮੇਸ਼ਰ ਦੇ ਉਸਤਤ ਵਿੱਚ ਉਚਾਰਨੇ, ਇਹ ਤੰਬੋਲ ਹੈ। ਇਹੋ ਜਿਹੇ ਜਿਹੜੇ ਹਨ ਸ਼ਿੰਗਾਰ ਕਰਨੇ ਹਨ, ਇਹ ਸਭ ਕੁਝ ਪਾ ਲਿਆ। 16 ਕੀਏ ਸਿਗਾਰ ਕੇ ਅੰਜਨ ਭਾਜਿਆ। ਜਿਵੇਂ ਬਾਹਰੀ 16 ਤਰ੍ਹਾਂ ਦੇ ਸ਼ਿੰਗਾਰ ਨੇ ਨਾ, ਇਸੇ ਤਰ੍ਹਾਂ ਤਰੀਬ ਜੀਵਨ ਦੇ ਵਿੱਚ ਵੀ ਗੁਰਮੁਖੋ 16 ਤਰ੍ਹਾਂ ਦੇ ਸ਼ਿੰਗਾਰ ਜਿਹੜੇ ਆ ਗ੍ਰੰਥਾਂ ਵਿੱਚ
ਲਿਖੇ ਹੋਏ ਹਨ। ਫਿਰ ਜੇ ਆਪਾਂ ਵਿਚਾਰ ਕਰਨ ਲੱਗ ਗਏ ਗੁਰਬਾਣੀ ਮੁਤਾਬਕ ਫਿਰ ਲੰਮੇਰੀ ਗੱਲ ਹੋ ਜਾਂਦੀ ਹੈ। ਇਹ ਭਾਈ 16 ਸ਼ਿੰਗਾਰ ਕਰਨੇ ਸ਼ੁਭ ਜਿਹੜੇ ਹੈ ਪਰਮੇਸ਼ਰ ਦੀ ਉਸਤਤ ਕਿ ਅੰਜਨ ਪਾਜ ਅੱਖਾਂ ਵਿੱਚ ਅੰਜਨ ਗਿਆਨ ਸੁਰਮਾ ਪਾਉਣਾ ਇਹ ਪਾ ਲਿਆ। ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈ। ਇੰਨਾ ਕੁਝ ਸ਼ਿੰਗਾਰ ਕੀਤਾ। ਜੇ ਤਾਂ ਹੁਣ ਭਾਈ ਕੰਤ ਪਤੀ ਪਰਮੇਸ਼ਰ ਹਿਰਦੇ ਰੂਪੀ ਘਰ ਵਿੱਚ ਆ ਗਿਆ ਫਿਰ ਤਾਂ ਜਾਣੋ ਸਭ ਕੁਝ ਕੀਤਾ ਹੋਇਆ ਸਫਲ ਹੈ। ਜੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ ਤਾਂ ਫਿਰ ਜਾਣੋ ਵੀ ਹੁਣ ਉਹ ਸ਼ਿੰਗਾਰ ਕੀਤੇ ਵਿਅਰਥੀ ਹੈ। ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈਐ। ਹਰ ਹਾਂ ਕੰਤੈ ਬਾਜ ਸਿਗਾਰ ਸਭ ਬਿਰਥਾ ਜਾਈਐ। ਹੇ ਹਰ ਹਾਂ ਇਹ ਜਾਣ ਲੈ ਵੀ ਭਾਈ ਜਗਿਆਸੂ ਐ ਸਖਿਓ ਪਰਮੇਸ਼ਰ ਦੀ ਕੰਤ ਤੋਂ ਬਿਨਾ ਉਹਦੀ ਪ੍ਰਾਪਤੀ ਬਿਨਾ ਉਹ ਅੰਤਸ਼ਕਰਨ ਰੂਪੀ ਸੇਜਾ ਤੇ ਪ੍ਰਗਟ ਹੋਏ ਬਿਨਾ ਬਾਕੀ ਜਿਹੜੇ ਕੰਮ ਨੇ ਉਹ ਗੁਰਮੁਖੋ ਸ਼ਿੰਗਾਰ ਨੇ ਫਿਰ ਉਹ ਬਿਰਥੇ ਹੋ ਜਾਂਦੇ ਆ। ਤੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਸਤਸੰਗ ਔਰ ਸਿਮਰਨ ਦੁਆਰਾ। ਜੇ ਤਾਂ ਹੁਣ ਸਤਸੰਗ ਕਰਦਾ ਸਿਮਰਨ ਕਰਦਾ ਤਾਂ ਇਹਦੇ ਬਾਕੀ ਕਰਮ ਧਰਮ ਵੀ ਕੀਤੇ ਸਫਲ ਹੈ। ਸੇਵਾ ਕਰਦਾ ਦਾਨ ਕਰਦਾ ਅੰਨ ਕੋਈ ਵਸਤਰਾਂ ਦਾ ਨਹੀਂ ਤਾਂ ਹੁਣ ਸ਼ਬਦ ਆਪਾਂ ਸਰਵਣ ਕਰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਸੋਰਠ ਰਾਗ ਵਿੱਚ। ਹੁਣ ਬਹੁਤ ਹੁੰਦਾ ਨਾ ਵੀ ਦੇਖੋ ਜੀ ਉਹ ਕਿਸੇ ਨੂੰ ਕੱਪੜਾ ਦੇ ਦਿਓ ਤੇ ਜਾਂ ਕਿਸੇ ਨੂੰ ਅੰਨ ਪਾਣੀ ਛਕਾਤਾ ਹੋਰ ਲੋਕ ਮਦਦ ਕਰਤੀ ਉਹ ਬਹੁਤ ਚੰਗੇ ਕਰਮ ਹੈ। ਪਰ ਜੇ ਸਤਸੰਗ ਰੱਬ ਤੋਂ ਟੁੱਟ ਗਿਆ ਗੁਰੂ ਤੋਂ ਸਤਸੰਗ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਤਾਂ ਅੱਜ ਵੀ ਅੰਮ੍ਰਿਤ ਵੇਲੇ ਜਦੋਂ ਨਿਤਨੇਮ ਦਾ ਭੋਗ ਪਿਆ ਹੁਕਮਨਾਮਾ ਸਾਹਿਬ ਆਏ ਨੇ ਤੇ ਉਹਦੇ ਵਿੱਚ ਸਪਸ਼ਟ ਹੈ ਅੰਨ ਵਸਤਰ ਭੂਮ ਬਹੁ ਅਰਪ ਹੈ ਨਹਿ ਮਿਲੀ ਹੈ ਹਰ ਦੁਆਰਾ। ਪਰਮੇਸ਼ਰ ਦਾ ਦਰ ਮਹਾਰਾਜ ਕਹਿੰਦੇ ਮਿਲ ਨਹੀਂ ਸਕਦਾ ਭਾਵੇਂ ਅੰਨ ਦਾਨ ਕਰ ਜ਼ਮੀਨਾਂ ਦਾਨ ਕਰਦੀ ਤੇ ਵਸਤਰ। ਕਹਿਣ ਦਾ ਭਾਵ ਇਹ ਮਾੜੀ ਗੱਲ ਨਹੀਂ ਹੈ। ਜੇ ਗੁਰਮੁਖੋ ਸਤਸੰਗ ਔਰ ਪਰਮੇਸ਼ਰ ਦਾ ਸਿਮਰਨ ਨਹੀਂ ਤਾਂ ਕੇਵਲ ਇਹਨਾਂ ਚੀਜ਼ਾਂ ਨਾਲ ਰੱਬ ਨਹੀਂ ਮਿਲੂਗਾ। ਇਹ ਸ਼ਿੰਗਾਰ ਨੇ। ਇਹ ਜਾਣੋ ਵੀ ਜੇ ਹੁਣ ਇਸਤਰੀ ਨੇ ਸ਼ਿੰਗਾਰ ਤਾਂ ਬਹੁਤ ਕੀਤੇ ਪਤੀ ਪ੍ਰਾਪਤ ਨਹੀਂ ਹੋਇਆ ਤਾਂ ਉਹ ਸ਼ਿੰਗਾਰ ਬਿਰਥ ਹੀ ਹੈ। ਕਿਹਨੂੰ ਦਿਖਾਉਣੇ ਆ ਹੋਰ ਕਰਕੇ। ਇਸੇ ਤਰ੍ਹਾਂ ਭਾਈ ਇਹ ਤੇਰੇ ਜਗਿਆਸੂ ਰੂਪ ਇਸਤਰੀ ਇਹ ਸ਼ਿੰਗਾਰ ਨੇ ਤੇਰੇ। ਤੇ ਜੇ ਪਰਮੇਸ਼ਰ ਦੀ ਤੂੰ ਪ੍ਰਾਪਤੀ ਨਾ ਕੀਤੀ ਇਹ ਗੁਰਸਿੱਖ ਜਗਿਆਸੂ ਇਹ ਜਾਣ ਲੈ ਕੀਤੇ ਸ਼ਿੰਗਾਰ ਤੇਰੇ ਬਿਰਥ ਜਾਣਗੇ। ਤੋ ਉੱਥੇ ਫਿਰ ਉਸੇ ਹੁਣ ਸ਼ਬਦ ਵਿੱਚ ਕਿਹਾ ਮਹਾਰਾਜ ਨੂੰ ਜਦੋਂ ਪੁੱਛਿਆ ਸਾਰੇ ਕਰਮ ਮਹਾਰਾਜ ਨੇ ਦੱਸ ਕੇ ਕਿਹਾ ਵੀ ਐਵੇਂ ਨਹੀਂ ਹੋਣਾ। ਮਹਾਰਾਜ ਹੋਊ ਕਿਵੇਂ ਕਿਹੜੇ ਫਿਰ ਕਰਮ। ਮਹਾਰਾਜ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਹਰੀ ਦੀ ਕੀਰਤੀ ਤੇ ਗੁਰਮੁਖੋ ਸਾਧ ਸੰਗਤ ਇਹ ਸਾਰੇ ਜਿੰਨੇ ਵੀ ਧਰਮ ਕਰਮ ਹੈ ਸਭ ਤੋਂ ਸ਼੍ਰੋਮਣੀ ਕਰਮ ਇਹ ਦੋ ਹੈ ਸਤਸੰਗ ਕਰਨੀ ਤੇ ਸਿਮਰਨ ਕਰਨਾ। ਤੇ ਇਹ ਪ੍ਰਾਪਤ ਉਹਨਾਂ ਨੂੰ ਹੁੰਦੇ ਆ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਪਿਛਲੇ ਸ਼ੁਭ ਲੇਖ ਲਿਖੇ ਹੋਏ ਨੇ ਸ਼ੁਭ ਭਾਗ ਨੇ। ਇਸ ਕਰਕੇ ਬਾਕੀ ਵੀ ਕਰਨਾ ਸੇਵਾ ਤਰ੍ਹਾਂ ਦੀਆਂ ਦਾਨ ਪੁੰਨ ਸਭ ਕੁਝ ਇਹ ਅਗਰ ਆਪਾਂ ਸਫਲ ਕਰਨੇ ਚਾਹੁੰਦੇ ਆ ਤਾਂ ਫਿਰ ਆਪਾਂ ਨੂੰ ਸਤਸੰਗੀ ਤੇ ਸਿਮਰਨ ਵਾਲੇ ਜ਼ਰੂਰੀ ਬਣਨਾ ਪਊਗਾ। ਤੇ ਸਾਨੂੰ ਪ੍ਰਾਪਤੀ ਜੀਵਨ ਸਾਡਾ ਕਿਉਂ ਨਹੀਂ ਬਣਦਾ ਜੀਵਨ ਸਾਡਾ ਬਦਲਦਾ ਕਿਉਂ ਨਹੀਂ ਹੈ। ਬਹੁਤ ਦੇਖੋ ਸੇਵਾ ਬਹੁਤ ਕਰਨਗੇ ਦਾਨ ਦੇ ਪਰ ਸਤਸੰਗ ਨਹੀਂ ਕਰਦੇ ਸਿਮਰਨ ਨਹੀਂ ਕਰਦੇ। ਇਸ ਕਰਕੇ ਗੁਰਮੁਖ ਹਿਤਾਈ ਵਾਲਾ ਫਿਰ ਜੀਵਨ ਨਹੀਂ ਬਣਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਰਹਾ ਕੰਤੈ ਬਾਜ ਸਿਗਾਰ ਸਭ ਬਿਰਥਾ ਜਾਈਏ। ਐ ਹਰਹਾਂ ਪਰਮੇਸ਼ਰ ਬਿਨਾ ਸਾਰਾ ਸ਼ਿੰਗਾਰ ਬਿਰਥਾ ਜਾਂਦਾ। ਜਿਸ ਘਰ ਵਸਿਆ ਕੰਤ ਸਾਵੜ ਭਾਗਣੇ ਇਹ ਨਾਲ ਸਾਰਾ ਇਹ ਜਿਹਦੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਵਸ ਗਿਆ ਉਸ ਵੱਡੇ ਭਾਗਾਂ ਵਾਲੀ ਹੈ ਜੀਵ ਇਸਤਰੀ ਤਿਸ ਬਣਿਆ ਹਬ ਸਿਗਾਰ ਸਾਈ ਸੁਹਾਗਣੇ। ਇਹ ਜਾਣੋ ਵੀ ਉਹਦਾ ਸਾਧਨ ਰੂਪੀ ਸਾਰੇ ਸਾਧਨਾਂ ਰੂਪੀ ਸ਼ਿੰਗਾਰ ਬਣ ਗਿਆ ਸਫਲ ਹੋ ਗਿਆ। ਉਹੀ ਅਸਲ ਵਿੱਚ ਸੱਚੀ ਸੁਹਾਗਣ ਗੁਰਮੁਖ ਹੈ। ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ। ਇਸ ਕਰਕੇ ਮੈਂ ਹੁਣ ਚਿੰਤਾ ਤੋਂ ਰਹਿਤ ਹੋ ਕੇ ਸੌਂਗੀ ਕਿਹੜੇ
ਜਿੱਥੇ ਕੋਈ ਵਿਕਲਪ ਨਹੀਂ ਹੈ, ਫੁਰਨੇ ਰਹਿਤ ਸਮਾਧੀ। ਉਸ ਵਿੱਚ ਭਾਵ ਲੱਗ ਗਈ, ਸੌ ਗਈ, ਮਨ ਆਸ ਪੁਰਾਈਆ। ਸਾਰੇ ਮਨ ਦੀਆਂ ਜਿਹੜੀਆਂ ਆਸਾਂ ਸਭ ਪੂਰੀਆਂ ਹੋ ਗਈਆਂ। ਹਰਹਾਂ ਜਾ ਘਰ ਵਸ, ਹਰਹਾਂ ਜਾ ਘਰ ਆਇਆ ਕੰਤ, ਤਾਂ ਸਭ ਕਿਛ ਪਾਈਐ। ਹਾਏ ਹਰਹਾਂ ਜੇ ਘਰ ਵਿੱਚ, ਜਾ ਘਰ ਆਇਆ ਕੰਤ। ਜਦੋਂ ਜਾ ਦਾ ਅਰਥ ਹੈ ਤੇ ਜਦੋਂ ਬਿੰਦੀ ਤੋਂ ਰਹਿਤ ਉਚਾਰਨਾ, ਬਿੰਦੀ ਨਹੀਂ ਲਾਉਣੀ। ਆਮ ਤੌਰ ਤੇ ਸੁਭਾਅ ਬਣਿਆ ਜੱਜੇ ਕੰਨਾ ਤਾਂ ਉਹਨੂੰ ਅਸੀਂ ਜਾਂ ਹੀ ਪੜ੍ਹਨਾ, ਨਹੀਂ। ਜੱਜੇ ਜਾ ਦਾ ਅਰਥ ਹੈ ਜਦੋਂ, ਜਿਸ ਸਮੇਂ। ਬਹੁਤ ਵਾਰੀ ਇਹ ਜਿਵੇਂ ਹੁਣ ਮੰਮੇ ਨੂੰ ਦਲਾਮ ਹੈ, ਉੱਥੇ ਆਮ ਪਾਠੀ ਮੈਂ ਬੋਲਦੇ ਆ। ਜਦੋਂ ਮਰਜ਼ੀ ਦੇਖ ਲਓ ਮੈਂ, ਕਿਤੇ ਭਾਵੇਂ ਮੈਂ ਨਹੀਂ, ਮੈਂ ਬੋਲਿਆ ਜਾਂਦਾ, ਮੈਂ। ਉਹ ਹੁਣ ਇਹਦੇ ਅਰਥ ਬਦਲ ਗਏ। ਜੇ ਹੁਣ ਮੈਂ ਕਹਿਤਾ ਆਪਦੇ ਕੋਲੋਂ ਹੀ ਬਿੰਦੀ ਲਾ ਲਈ ਤਾਂ ਉਹਦਾ ਅਰਥ ਕੀ ਬਣ ਜਾਣਾ? ਮੈਂ, ਜਿਵੇਂ ਆਪਾਂ ਕਹਿੰਦੇ ਮੈਂ ਉੱਥੇ ਗਿਆ, ਮੈਂ ਇੱਧਰ ਨੂੰ ਚੱਲਿਆ, ਮੈਂ ਪੈਣਾ, ਮੈਂ ਉੱਠਣਾ, ਮੈਂ ਆਹ ਖਾਣਾ, ਮੈਂ ਭਾਵ ਮੈਨੂੰ। ਤੇ ਬਿੰਦੀ ਲਾ ਦਿਓ ਮੈਂ ਦਾ ਅਰਥ ਬਣ ਜਾਣਾ ਵਿੱਚ। ਅਰਥ ਦਾ ਫਰਕ ਦੇਖੋ, ਪਰ ਨਹੀਂ ਧਿਆਨ ਦਿੱਤਾ ਜਾਂਦਾ। ਜੇ ਕਿਸੇ ਨੂੰ ਕਹੋ, ਕਈ ਗੁੱਸਾ ਕਰਦੇ ਆ, ਤੂੰ ਵੱਡਾ ਆ ਗਿਆ ਸਿਖਾਉਣ ਵਾਲਾ। ਫਿਰ ਇਹ ਚੀਜ਼ਾਂ ਹੁੰਦੀਆਂ ਅੱਜ ਕੱਲ, ਕਿਉਂਕਿ ਸਾਰੇ ਤੁਸੀਂ ਮਾੜਾ ਜਿਹਾ ਹੱਥ ਲਾ ਕੇ ਦੇਖੋ ਕਰੰਟ ਮਾਰਦੇ ਆ। ਇਸ ਕਰਕੇ ਭਾਈ ਇਹ ਚੀਜ਼ਾਂ ਹੁਣ ਜਿਹੜੇ ਤਾਂ ਇੱਥੇ ਸੰਥਿਆ ਕੀਤੀ ਹੈ ਜਿਨ੍ਹਾਂ ਨੇ, ਉਹਨਾਂ ਨੂੰ ਤਾਂ ਗਿਆਨ ਹੈ। ਬਹੁਤ ਬੱਚੇ ਹੁਣ ਆਪਣੇ ਤਾਂ ਚਲੋ ਮਹਾਰਾਜ ਦੀ ਬਹੁਤ ਕਿਰਪਾ ਹੈ, ਤੇ ਨਹੀਂ ਆਮ ਬਾਹਰ ਅੰਦਰ ਤਾਂ ਐਸਾ ਹੀ ਹੈ। ਜਿਵੇਂ ਉਹਨਾਂ ਨਾਵੇਂ ਪਾਤਸ਼ਾਹ ਜੀ ਦੇ ਸ਼ਲੋਕ ਪੜ੍ਹਦੇ ਨੇ, ਕਹੋ ਨਾਨਕ ਇਹ ਜਗਤ ਮੈਂ, ਉੱਥੇ ਪੜ੍ਹਨਗੇ ਇਹ ਜਗਤ ਮੈਂ, ਬਿੰਦੀ ਲਾਤੀ, ਅਰਥ ਗਲਤ ਹੋ ਗਏ। ਇਹ ਜਗਤ ਮੈਂ, ਜਗਤ ਦੇ ਵਿੱਚ, ਅਰਥ ਇਸ ਤਰ੍ਹਾਂ ਇਉਂ ਹਰਹਾ ਜਾ ਘਰ ਆਇਆ ਕੰਤ। ਇਹਦਾ ਇੱਥੇ ਜਾ ਬਿੰਦੀ ਰਹਿਤ ਪੜ੍ਹਨਾ, ਇਹਦਾ ਅਰਥ ਹੈ ਜਦੋਂ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਪ੍ਰਗਟ ਹੋ ਗਿਆ ਤਾਂ ਸਭ ਕਿਛ ਪਾਈਆ। ਤਾਂ ਜਾਣੋ ਭਾਈ ਸਾਰਾ ਕੁਝ ਹੀ ਉਹਨੂੰ ਮਿਲ ਗਿਆ। ਜਿਹਨੂੰ ਗੁਰਮੁਖੋਂ ਰੱਬ ਮਿਲ ਗਿਆ ਉਹਨੂੰ ਸਭ ਕੁਝ ਮਿਲ ਗਿਆ। ਉਹਦੇ ਤੇ ਤਾਂ ਫਿਰ ਐਡੀ ਕਿਰਪਾ ਹੋ ਗਈ ਹੈ। ਫਿਰ ਅੱਗੇ ਆ ਜਾਂਦਾ ਇਤੀ ਆਸਾ ਇਤੀ ਆਸਕ ਆਸ ਪੁਰਾਈਐ, ਜਾਂ ਕਿ ਆਸ ਪੁਰਾਈਐ, ਇਉਂ ਵੀ ਪੜ੍ਹਨ ਆਸਾ ਇਤੀ ਆਸ ਕਿ ਆਸ ਪੁਰਾਈਐ। ਸੰਪਰਦਾ ਵਿੱਚ ਦੋਨੇ ਪਾਠ ਹੁੰਦੇ ਆ। ਸਤਿਗੁਰ ਭਏ ਦਇਆਲ ਤਾਂ ਪੂਰਾ ਪਾਈਐ, ਮੈਂ ਤਨ ਅਵਗੁਣ ਬਹੁਤ ਕਿ ਅਵਗੁਣ ਛਾਇਆ। ਹਰਹਾਂ ਸਤਿਗੁਰ ਭਏ ਦਇਆਲ ਤਾਂ ਮਨ ਠਹਰਾਇਆ। ਕਹੋ ਨਾਨਕ ਬੇਅੰਤ ਧਿਆਇਆ, ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ। ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ। ਹਰਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ। ਇਹ ਸਾਰਾ ਗੁਰੂ ਪਾਤਸ਼ਾਹ ਮਹਾਰਾਜ ਨੇ ਜਿਹੜੇ ਹੈ ਸ਼ਬਦ ਉਚਾਰਨ ਕੀਤਾ ਹਰਹਾਂ ਦੇ। ਮੇਰਾ ਹਾਥ ਪਦਮ ਆਗਨ ਸੁਖ ਬਾਸਨਾ, ਸਖੀ ਮੋਰੇ ਕੰਠ ਰਤਨ ਪੇਖ ਦੁਖ ਨਾਸਨਾ। ਬਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ, ਹਰਹਾਂ ਰਿੱਧ ਸਿੱਧ ਨਵ ਨਿਧ ਬਸੈ ਜਿਸ ਸਦਾ ਕਰ। ਫਿਰ ਪਰਤਰਿਆ ਰਾਵੜ ਜਾਹੇ ਸਈ ਤਾਲਾਜੀ ਹੈ। ਇਹ ਨਿਤ ਪ੍ਰਤ ਹਿਰਹਿ ਪਰ ਦਰਬ ਛਿਦਰ ਕਤ ਢਾਕੀਐ। ਇਉਂ ਗੁਰਬਾਣੀ ਆਉਂਦੀ ਹੈ, ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ। ਇਹ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰਹਾਂ ਸੁਨਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰੀ। ਉਪਰ ਬਨੇ ਆਕਾਸ਼ ਤਲੈ ਧਰ ਸੋਹਤੀ, ਦਹਦਸ ਚਮਕੈ ਬੀਜੁਲ ਮੁਖ ਕੋ ਜੋਹਤੀ। ਗੁਰੂ ਪਾਤਸ਼ਾਹ ਮਹਾਰਾਜ ਨੇ ਭਾਵੇਂ ਲਮੇਰਾ ਹੈ ਇੱਥੇ ਤਾਂ ਖੋਜਤ ਫਿਰੋ ਵਿਦੇਸ਼, ਪੀਓ ਕੰਤ ਪਾਈਐ ਹਰਹਾਂ ਜੇ ਮਸਤਕ ਹੋਵੈ ਭਾਗ, ਤਾ ਦਰਸ ਸਮਾਈਐ। ਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਇਹਦੇ ਵਿੱਚ ਹੀ ਆਉਂਦਾ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਵਸਦੀ ਸਘਨ ਅਪਾਰ ਅਨੂਪ ਰਾਮਦਾਸਪੁਰ, ਹਰਹਾਂ ਨਾਨਕ ਕਸਮਲ ਜਾਹੇ ਨਹਾਇਐ ਰਾਮਦਾਸ ਸਰ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਸਰੋਵਰ ਦੀ ਮਹਿਮਾ, ਚਾਤ੍ਰਿਕ ਚਿੱਤ ਸੁਚਿੱਤ ਸੁਸਾਜਨ ਚਾਹੀਐ, ਜਿਸ ਸੰਗ ਲਾਗੇ ਪ੍ਰਾਣ ਤਿਸੈ ਕੋ ਆਹੀਐ।
ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੇ। ਹਰਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਣੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸਾਰਾ ਜਿਹੜਾ ਹੈ ਇਹਨੂੰ ਗੁਰਮੁਖੋ ਉੱਥੋਂ ਮਹਾਰਾਜ ਦੇ ਪਾਵਨ ਬਾਣੀ ਚੋਂ ਪੜ੍ਹਿਆ ਜਾ ਸਕਦਾ। ਲਮੇਰਾ ਸ਼ਬਦ ਹੈ, ਫਿਰ ਆਪਾਂ ਜਿਹਦੇ ਅਰਥਾਂ ਵਿੱਚ ਸਮਾਂ ਜਿਹੜਾ ਹੈ ਉਹ ਇਤਿਹਾਸ ਤੋਂ ਪਾਸੇ ਹੋ ਕੇ ਲੰਘ ਜਾਵੇਗਾ। ਇਸ ਕਰਕੇ ਸੰਤ ਰੇਣ ਜੀ ਨੇ ਇੱਥੇ ਇੱਕੋ ਹੀ ਛੰਦ ਦਿੱਤਾ ਹੈ, ਸੰਤ ਸਭਾ ਮਹਿ ਬੈਸ ਕੇ ਕੀਰਤ ਮਹਿ ਕਹਾ। ਇਹ ਗੁਰੂ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤਾ ਹੈ ਚੌਪਈ। ਅੱਗੇ ਸੰਤ ਰੇਣ ਜੀ ਇਤਿਹਾਸ ਦੱਸਦੇ ਹਨ। ਮਿਲੀ ਨਾਰ ਬਹੁ ਗੀਤਨ ਗਾਈ। ਬਹੁਤ ਭਾਈ ਬੀਬੀਆਂ ਮਾਈਆਂ ਇਸਤਰੀਆਂ ਮਿਲੀਆਂ ਗੀਤ ਗਾਏ ਹਨ। ਰਾਮਦਾਸ ਤਿਨ ਗਿਰਾ ਸੁਨਾਈ। ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਫਿਰ ਬਚਨ ਕਹਿਓ ਕਿ ਸ਼ਬਦ ਗੁਰੂ ਕੇ ਗਾਵੋ। ਭਾਈ ਤੁਸੀਂ ਗੁਰੂ ਦੇ ਸ਼ਬਦਾਂ ਨੂੰ ਗਾਵੋ। ਗੁਰਮੁਖ ਹੋਏ ਪਰਮ ਪਦ ਪਾਵੋ। ਗੁਰਮੁਖ ਬਣੋ ਤੇ ਪਰਮ ਪਦਵੀ ਦੀ ਪ੍ਰਾਪਤੀ ਕਰ ਲਓ। ਸੁਨ ਸਭ ਮਾਨੀ ਸ਼ਬਦ ਪਠਾਏ। ਤਾਂ ਫਿਰ ਸਾਰਿਆਂ ਨੇ ਸੁਣ ਕੇ ਬਚਨ ਮੰਨੇ, ਸ਼ਬਦ ਪੜ੍ਹਨੇ ਸ਼ੁਰੂ ਕੀਤੇ। ਹਮ ਘਰ ਸਾਜਨ ਪਿਆਰੇ ਆਏ। ਇਸ ਤਰ੍ਹਾਂ ਦੇ ਸ਼ਬਦ ਵੀ ਹਮ ਘਰ ਸਾਜਨ ਆਏ। ਇਹ ਭਾਈ ਉਹ ਸੱਜਣ ਪਿਆਰੇ ਆਏ ਹਨ। ਜੁਗ ਜਾਮਨ ਜਬ ਜਾਮ ਬਿਤਾਈ। ਇਸ ਤਰ੍ਹਾਂ ਕਰਦਿਆਂ ਜਦੋਂ 2 ਘੜੀਆਂ ਜਿਹੜਾ ਹੈ ਰਾਤ ਬਤੀਤ ਹੋਈ ਹੈ, ਬਹੁਤ ਸੁੰਦਰ ਦੀਵਾਨ ਲਗਾਈ। ਬਹੁਤ ਸੁੰਦਰ ਦੀਵਾਨ ਲੱਗਿਆ। ਲੱਗੇ ਰਬਾਬੀ ਵਾਰ ਅਲਾਵਨ। ਇਉਂ ਰਬਾਬੀ ਵਾਰ ਪੜਨ ਲੱਗੇ ਹਨ। ਭਈ ਲੋਏ ਬਹੁ ਸਮਾਂ ਸੁਹਾਵਨ। ਤੇ ਇਉਂ ਜਿਹੜਾ ਹੈ ਲੋਏ ਭਾਵ ਫਿਰ ਭਾਈ ਉਸ ਦੀਵਾਨ ਲੱਗਦੇ ਸਮਾਂ ਹੋਇਆ ਤੇ ਲੋਏ ਬਹੁਤ ਹੀ ਮਹਿਮਾ ਉਪਮਾ ਸਮਾਂ ਸੁਹਾਵਣਾ ਬਣ ਗਿਆ। ਭੋਗ ਪਾਏ ਸੁਠ ਲਾਭ ਪੜਾਈ। ਅੰਮ੍ਰਿਤ ਵੇਲੇ ਫਿਰ ਜਿਹੜਾ ਹੈ ਭੋਗ ਪਏ ਦੀਵਾਨ ਲੱਗੇ ਸਾਰੀ ਰਾਤ। ਸੁੰਦਰ ਲਾਵਾਂ ਅੰਮ੍ਰਿਤ ਵੇਲੇ ਪੜਾਈਆਂ ਗਈਆਂ। ਮਥੋ ਮੁਰਾਰੀ ਕੇ ਜੋ ਬਣਾਈ। ਜੋ ਲਾਵਾਂ ਗੁਰੂ ਰਾਮਦਾਸ ਜੀ ਨੇ ਮਥੋ ਮੁਰਾਰੀ ਦੇ ਆਨੰਦਕਾਰ ਇਸ ਸਮੇਂ ਬਣਾਈਆਂ ਨੇ, ਭਾਵ ਉਚਾਰਨ ਕੀਤੀਆਂ। ਸ੍ਰੀ ਅਰਜਨ ਜੀ ਆਗੈ ਗਵਨੈ। ਫਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਚੱਲੇ। ਸ੍ਰੀ ਗੰਗਾ ਜੀ ਪਾਛੈ ਰਵਨੈ। ਤੇ ਸ੍ਰੀ ਗੰਗਾ ਮਾਤਾ ਗੰਗਾ ਜੀ ਪਿੱਛੇ ਪਿੱਛੇ ਚੱਲੇ ਹਨ। ਇਉਂ ਇਹ ਇੱਕ ਦਿਨ ਅੱਗੇ ਵੀ ਗੱਲ ਸਾਂਝੀ ਕੀਤੀ ਸੀ ਕਿ ਇਹ ਮਰਜ਼ਾਦਾ ਹੈ। ਲੜਕੇ ਨੇ ਅੱਗੇ ਤੁਰਨਾ, ਲੜਕੀ ਨੇ ਪਿੱਛੇ ਤੁਰਨਾ। ਇਹ ਗੁਰੂ ਘਰ ਦੀ ਮਰਜ਼ਾਦਾ। ਇਹਦੇ ਵਿੱਚ ਕੋਈ ਉੱਚਾ ਨੀਵਾਂ ਜਾਂ ਅੱਗੇ ਪਿੱਛੇ ਦੀ ਗੱਲ ਨਹੀਂ ਹੁੰਦੀ ਵੀ ਉਹ ਕੋਈ ਅੱਗੇ ਤੁਰਨ ਵਾਲਾ ਉਹਨੂੰ ਵੱਧ ਮਾਨਤਾ ਤੇ ਪਿੱਛੇ ਵਾਲੇ ਨੂੰ ਘੱਟ ਹੈ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਇਹ ਤਾਂ ਗੁਰੂ ਮਹਾਰਾਜ ਦੇ ਦਰ ਦੀ ਰੀਤੀ ਹੈ। ਗੁਰੂ ਸਾਹਿਬ ਨੇ ਜੋ ਮਰਜ਼ਾਦਾ ਸਾਡੇ ਲਈ ਬਣਾਈ ਹੈ ਉਹ ਭਾਈ ਉਸੇ ਤਰ੍ਹਾਂ ਹੀ ਸਾਨੂੰ ਜਿਹੜੀ ਹੈ ਨਿਭਾਉਣੀ ਚਾਹੀਦੀ ਹੈ। ਫੇਰ ਹੀ ਮਹਾਰਾਜ ਦੀ ਖੁਸ਼ੀ ਮਿਲਦੀ ਹੈ। ਜਪ ਜੀ ਪੋਥੀ ਵਿੱਚ ਸੁਹਾਈ। ਤੇ ਵਿੱਚ ਜਿਵੇਂ ਹੁਣ ਕੋਈ ਅਗਨੀ ਦੇ ਫੇਰੇ ਨਹੀਂ ਲਏ, ਜਪਜੀ ਸਾਹਿਬ ਦੀ ਪੋਥੀ ਜਿਹੜੀ ਹੈ ਉਹ ਵਿੱਚ ਸੁਭਾਏਮਾਨ ਕੀਤੀ। ਅਸ ਬਿਦ ਲਾਵਾਂ 4 ਪੜ੍ਹਾਈ। ਇਸ ਤਰ੍ਹਾਂ 4 ਲਾਵਾਂ ਪੜ੍ਹੀਆਂ ਹਨ। ਪਠ ਆਨੰਦ ਪ੍ਰਸਾਦ ਵਰਤਾਵਾ। ਫਿਰ ਭਾਈ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਤੇ ਪ੍ਰਸਾਦ ਵਰਤਾਇਆ। 40 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹੀਆਂ। ਇਹ ਹੁਣ ਪਤਾ ਨਹੀਂ ਇਹ ਰੀਤੀ ਹੈ ਜਿਹੜੀ 6 ਵਾਲੀ ਹੈ ਚੱਲੀ, ਦੇਖਾ ਦੇਖੀ ਚੱਲ ਪਈ ਹੈ, ਪਹਿਲਾਂ ਨਹੀਂ ਸੀ ਇਹ ਸੰਪਰਦਾਇ। ਤਾਂ ਉਹ ਵੀ ਹੁਣ ਪੂਰਾ ਹੀ ਪੜ੍ਹਿਆ ਜਾਂਦਾ ਆਨੰਦ ਸਾਹਿਬ। ਹੁਣ ਇੱਥੇ ਕੋ ਆਮ ਜਿਵੇਂ ਹੁਣ ਰਹਿਰਾਸ ਵਿੱਚ ਵੀ ਹੈ ਜਿਹੜੇ ਪੁਰਾਤਨ ਗੁਰਸਿੱਖ ਆ ਉਹ ਤਾਂ ਪੂਰਾ ਹੀ ਆਨੰਦ ਸਾਹਿਬ ਪੜ੍ਹਦੇ ਹੁੰਦੇ ਸੀ। ਤੇ ਇਹ ਜਿਹੜਾ ਹੈ ਹੌਲੀ ਹੌਲੀ ਕੁਛ ਰੀਤੀਆਂ ਇਹ ਤਾਂ ਸ਼੍ਰੋਮਣੀ ਕਮੇਟੀ ਵਿੱਚ ਤਾਂ ਪਹਿਲਾਂ ਹੁਣ ਲੱਗਿਆ ਪੂਰਾ ਪੜ੍ਹਨ। ਅੰਮ੍ਰਿਤ ਛਕਾਉਣ ਮੌਕੇ ਵੀ 6 ਪੜ੍ਹ ਕੇ ਕੰਮ ਚਲਾਉਂਦੇ ਹੁੰਦੇ ਸੀ। ਪਹਿਲੀਆਂ 5 ਤੇ ਇੱਕ ਸਮਾਪਤੀ ਵਾਲੀ। ਲੇਕਿਨ ਇਹ ਪਹਿਲਾਂ ਸੰਪੂਰਨ ਹੀ ਪੜ੍ਹੀ ਜਾਂਦੇ ਸੀ।
ਇਉਂ ਆਨੰਦ ਸਾਹਿਬ ਪੜਿਆ ਤੇ ਪ੍ਰਸਾਦ ਵਰਤਾਇਆ ਹੈ। ਵਿਆਹ ਆਨੰਦ ਸਭਨ ਮਨ ਭਾਵਾ। ਇਹ ਆਨੰਦ ਵਿਆਹ ਹੋਇਆ, ਸਾਰਿਆਂ ਦੇ ਮਨ ਨੂੰ ਭਾਈ ਭਾਇਆ ਹੈ। ਬਹੁ ਦਾਇਜ ਚੰਦ ਕਿਸ਼ਨੈ ਦੀਨ। ਫਿਰ ਭਾਈ ਕਿਸ਼ਨ ਚੰਦ ਜੀ ਨੇ ਆਪਣੀ ਲੜਕੀ ਨੂੰ ਬਹੁਤ ਜਿਹੜਾ ਦਾਇਜ ਭਾਵ, ਇੱਕ ਤਾਂ ਹੁੰਦਾ ਦਾਜ ਜਿਹੜਾ ਕੋਈ ਲੋਭ ਦੇ ਵਿੱਚ ਇਕੱਠਾ ਮੰਗਣਾ, ਇੱਕ ਹੁੰਦਾ ਗੁਰਮੁਖੋ ਪਿਆਰ ਭਾਵਨਾ ਨਾਲ ਹਰ ਮਾਤਾ ਪਿਤਾ ਆਪਣੀ ਬੱਚੀ ਨੂੰ ਜਿਹੜਾ ਵੀ ਹੈ ਕੋਈ, ਕਿਉਂਕਿ ਸਮਾਨ ਦੇ ਕੇ ਨਾਲ ਤੋਰਨਾ, ਇਹ ਸੰਸਾਰੀ ਚੀਜ਼ਾਂ ਸਰੀਰ ਦੀਆਂ ਲੋੜਾਂ ਨੇ, ਬਸਤਰ ਹੈ, ਹੋਰ ਇਹੋ ਜਿਹੇ ਸਮਾਨ ਪੁਰਾਣੇ ਸਮਿਆਂ ਵਿੱਚ ਉਹਦਾ ਭਾਵ ਵੀ ਹੁੰਦਾ। ਨਵੇਂ ਘਰ ਵਿੱਚ ਜਾਣਾ ਹੈ, ਨਾਲ ਕੁਝ ਸਮਾਨਾ ਜਾਊ, ਲੜਕੀ ਦੀ ਮੇਰ ਬਣ ਜਾਂਦੀ ਹੈ ਜਾ ਕੇ। ਇਸ ਕਰਕੇ ਇਹ ਤਾਂ ਹੁਣ ਅੱਗੋਂ ਜੇ ਕੋਈ ਉਹ ਦਾਜ ਜਿਹੜਾ ਹੈ ਮਾੜਾ ਹੈ, ਜਿਹੜਾ ਕੋਈ ਅੱਗੋਂ ਲੋਭ ਕਰੇ ਮੂਹਰੇ ਵਾਲਾ ਲੜਕੇ ਵਾਲਾ ਵਿਆਹ ਚਾਹੀਦਾ ਜੀ, ਤੇ ਲੜਕੀ ਦਾ ਪਿਤਾ ਦੁਖੀ ਹੋ ਕੇ ਦੇਵੇ, ਫੇਰ ਉਹ ਸਮਝੋ ਉਹ ਮਾੜਾ ਹੈ, ਉਹ ਨਹੀਂ ਠੀਕ। ਇਉਂ ਕਿਸ਼ਨ ਚੰਦ ਜੀ ਨੇ ਭਾਈ ਸਾਰਾ ਸਮਾਨ ਜਿਹੜਾ ਹੈ ਭਾਵਨਾ ਮੁਤਾਬਕ ਦਿੱਤਾ ਹੈ। ਅਸ਼ਟਮ ਦਿਵਸ ਪਿਆਨਾ ਕੀਨ। 8ਵੇਂ ਦਿਨ ਉਥੋਂ ਚੱਲਣਾ ਕੀਤਾ। ਆਏ ਬਾਬਲੀ ਪਗ ਗੁਰ ਬੰਦੇ। ਆ ਕੇ ਬੌਲੀ ਸਾਹਿਬ ਪਹੁੰਚੇ, ਗੁਰੂ ਨਾਨਕ ਅਮਰਦਾਸ ਜੀ ਦੇ ਚਰਨਾਂ ਤੇ ਬੰਦਨਾ ਕੀਤੀ। ਡੋਲੇ ਜੁਤ ਪਿਖ ਗੁਰੂ ਆਨੰਦੇ। ਇਉਂ ਡੋਲੇ ਸਮੇਤ ਵੇਖ ਕੇ ਗੁਰੂ ਸਾਹਿਬ ਵੀ ਆਨੰਦ ਵਿੱਚ ਹੋਏ। ਸ੍ਰੀ ਭਾਨੀ ਕੋ ਮਿਲੇ ਬਧਾਈ। ਤੋ ਬਹੁਤ ਸਤਿਕਾਰਯੋਗ ਮਾਤਾ ਭਾਨੀ ਜੀ ਨੂੰ ਵਧਾਈਆਂ ਮਿਲਦੀਆਂ ਹਨ। ਜਿਸ ਸਮ ਨਹਿ ਤਿਰ ਲੋਕੀ ਮਾਈ। ਜਿਹਦੇ ਸਮ ਭਾਈ ਤਰਲੋਕ, ਤਿੰਨਾਂ ਲੋਕਾਂ ਵਿੱਚ ਕੋਈ ਮਾਤਾ ਨਹੀਂ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਏ ਮਹੱਲੇ, ਤੀਜਾ ਮਹੱਲਾ। ਸ੍ਰੀ ਭਾਨੀ ਜੀ ਸੇਵਾ ਉਹ ਸ੍ਰੀ ਅਰਜਨ ਜੀ ਵਿਆਹ ਪ੍ਰਸੰਗ ਵਰਣਨ। ਨਾਮ 19ਵਾਂ ਮੰਦਰ ਹੈ। ਭਾਈ 19ਵੇਂ ਘਰ ਦਾ ਪ੍ਰਸੰਗ ਹੈ ਦੋਹਰਾ। ਹੁਣ ਅੱਗੇ 20ਵੇਂ ਘਰ ਦਾ ਪ੍ਰਸੰਗ ਦੱਸਦੇ ਹਨ। ਸੁਨ ਲੋਕਨ ਤਿਸ ਪਰਗਨੇ, ਸ਼ਾਹੇ ਗੁਰੂ ਜੇ ਦੀਨ। ਉਹ ਜਿਹੜਾ 84 ਪਿੰਡਾਂ ਦਾ ਪਟਾ ਲਿਖਿਆ ਸੀ ਅਕਬਰ ਬਾਦਸ਼ਾਹ ਨੇ, ਜਦੋਂ ਲੋਕਾਂ ਨੇ ਉਸ 84 ਪਿੰਡਾਂ ਦੇ ਪਰਗਣੇ ਦੇ ਲੋਕਾਂ ਨੇ ਇਹ ਸੁਣਿਆ ਵੀ ਇਹ ਪਰਗਣਾ ਜਿਹੜਾ ਹੈ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਭੇਟਾ ਕੀਤਾ ਹੈ। ਸਭ ਪਿੰਡਨ ਕੇ ਨਰ ਮਿਲੇ, ਆਨ ਦਰਸ ਗੁਰ ਕੀਨ। ਸਾਰੇ ਪਿੰਡਾਂ ਦੇ ਲੋਕ ਆ ਕੇ ਗੁਰੂ ਸਾਹਿਬ ਨੂੰ ਮਿਲੇ ਐ ਤੇ ਸਤਿਗੁਰਾਂ ਦੇ ਆ ਦਰਸ਼ਨ ਕੀਤੇ ਹਨ। ਚੌਪਈ ਸ੍ਰੀ ਗੁਰ ਸਭ ਸਗਰੀ ਸਭਾ ਲਗਾਏ। ਸ੍ਰੀ ਗੁਰੂ ਮਹਾਰਾਜ ਜੀ ਇਉਂ ਸਾਰੀ ਭਾਈ ਦੀਵਾਨ ਸਜਾ ਸਜ ਗਈ। ਰਾਮਦਾਸ ਨਿਜ ਪਾਸ ਬੁਲਾਏ। ਗੁਰੂ ਅਮਰਦਾਸ ਪਾਤਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਕੋਲ ਸੱਦਿਆ। ਇਨ ਕੋ ਸਭ ਹੀ ਭੇਟ ਦਿਵਾਈ। ਇਹਨਾਂ ਦੀ ਸਾਰੀ ਜਿਹੜੀ ਭੇਟਾ ਹੈ ਉਹ ਜੋ ਜੋ ਲਿਆਏ ਦਿਵਾਈ ਹੈ। ਨਰ ਗ੍ਰਾਮਨ ਕੀ ਬਾਹਿ ਗਹਾਈ। ਤੇ ਉਹ ਜਿਹੜੇ ਫਿਰ ਲੋਕ ਸਨ 84 ਪਿੰਡਾਂ ਦੇ, ਉਹਨਾਂ ਦੀ ਬਾਂਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਫੜਾ ਦਿੱਤੀ। ਸੁਨਤ ਸਭਨ ਕੇ ਬਾਕ ਬਖਾਨਾ। ਇਹ ਸੁਣ ਕੇ ਸਾਰੇ ਪਿੰਡਾਂ ਦੇ ਲੋਕ ਬੈਠੇ। ਗੁਰੂ ਅਮਰਦਾਸ ਜੀ ਨੇ ਬਚਨ ਕਹੇ, ਮਾਲਕ ਤੁਮਰੋ ਇਹੀ ਮਹਾਨਾ। ਭਾਈ ਇਹ ਜਾਣੋ ਵੀ ਇਹੀ ਤੁਹਾਡਾ ਵੱਡਾ ਮਾਲਕ ਹੈ, ਇਹਦੇ ਤੁਸੀਂ ਲੜ ਲੱਗਣਾ ਹੈ। ਇਮ ਕਹਿ ਸਭ ਕੋ ਦੇ ਦਸਤਾਰ। ਇਸ ਤਰ੍ਹਾਂ ਕਹਿ ਕੇ ਸਾਰਿਆਂ ਨੂੰ ਮਹਾਰਾਜ ਨੇ ਦਸਤਾਰਾਂ ਦਿੱਤੀਆਂ। ਵਿਦਾ ਕਰੇ ਨਰ ਗ੍ਰਾਮ ਉਚਾਰ। ਇਉਂ ਗੁਰੂ ਸਾਹਿਬ ਨੇ ਲੋਕਾਂ ਨੂੰ ਕਹਿ ਕੇ ਫਿਰ ਵਿਦਾ ਕਰ ਦਿੱਤਾ। ਇਹ 84 ਪਿੰਡ ਬਹੁਤ, ਹੁਣ ਤਾਂ ਪਿੰਡ ਹੀ ਬਹੁਤ ਬਸ ਗਏ ਨਾ। ਹੁਣ ਤਾਂ ਸਾਰਾ ਇੱਧਰ ਗੁਰਦਾਸਪੁਰ ਏਰੀਏ ਤੱਕ ਚਲਿਆ ਜਾਂਦਾ ਸੀ। ਇੱਧਰ ਦੇਖੋ ਰਮਦਾਸ ਪਿੰਡ, ਬਾਬਾ ਬੁੱਢਾ ਜੀ ਦੀ ਬੀੜ,
ਕਿੱਥੇ ਤੱਕ ਇਹਨਾਂ ਸਾਰਾ ਇਲਾਕਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ। ਹੋਰ ਤੇ ਇਹ 84 ਪਿੰਡ ਸੀ। ਹੁਣ ਵੀ ਤੁਸੀਂ ਕਦੇ ਚਲੇ ਜਾਓ ਇਹਨਾਂ ਪਿੰਡਾਂ ਵਿੱਚ, ਜਿਵੇਂ ਹੁਣ ਆਪਾਂ ਕੁਦਰਤੀ ਹੈ ਜਦੋਂ ਕੋਈ ਗੱਲਬਾਤ ਚੱਲਦੀ ਹੈ, ਆਪਾਂ ਗੱਲ ਕਰੀਏ, ਆਪਾਂ ਕਹਿੰਦੇ ਮਹਾਰਾਜ ਦੀ ਕਿਰਪਾ, ਜਾਂ ਜਿੱਥੇ ਜਿਹੜੇ ਗੁਰੂ ਮਹਾਰਾਜ ਦੇ ਕੋਈ ਚਰਨ ਪਏ ਹੁੰਦੇ ਏਰੀਏ 'ਚ, ਉਹ ਫਿਰ ਉਸ ਗੁਰੂ ਸਾਹਿਬ ਦਾ ਨਾਮ ਲੈਂਦੇ ਹਨ। ਤੇ ਇਹ ਭਾਵੇਂ ਮਾਲਵੇ ਵਿੱਚ ਤਾਂ ਬਹੁਤ ਕੁਝ ਆ ਜੀ, ਉਹ ਫਲਾਨੇ ਪੀਰ ਦੀ ਕਿਰਪਾ ਟਮਕਾਣੇ ਦੀ ਹੈ, ਤਿਲਕਣ ਸਾਹ ਦੀ ਫਲਾਨੇ। ਤੇ ਇੱਧਰ ਤੁਸੀਂ ਏਰੀਏ ਚਲੇ ਜਾਓ, ਜਦੋਂ ਵੀ ਇਹ ਕਹਿਣਗੇ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ, ਆਹੀ ਸ਼ਬਦ ਬੋਲਦੇ ਆ। ਤੇ ਇੱਧਰ ਨੂੰ ਕਦੇ ਤੁਸੀਂ ਆ ਜਿਹੜੀਆਂ ਕਲੱਬਾਂ ਵੀ ਬਣੀਆਂ ਦੇਖੋ ਗੁਰੂਆਂ ਦੇ ਨਾਂ ਤੇ ਗੁਰੂ ਕੇ ਮਹਾਨ ਗੁਰਸਿੱਖਾਂ ਦੇ ਨਾਂ ਤੇ ਹੋਣਗੀਆਂ। ਤੇ ਇੱਧਰ ਨੂੰ ਇਹ ਪਤਾ ਹੀ ਨਹੀਂ ਕੀ ਕਿੱਥੋਂ ਨਾਂ ਕੱਢ ਕੇ ਲਿਆਉਣਾ, ਹੋਰ ਹੀ ਤਿਲਕੂ ਜਾਂ ਤਕਲੇ ਸ਼ਾਹ, ਪਤਾ ਨਹੀਂ ਫੂਸ ਸ਼ਾਹ, ਇਹੋ ਜਿਹੇ ਜਿਨ੍ਹਾਂ ਦਾ ਕੋਈ ਦੇਣ ਨਹੀਂ। ਇਹਨਾਂ ਪੁੱਛੋ ਵੀ ਤੁਹਾਡੇ ਵਾਸਤੇ ਇਹਨਾਂ ਨੇ ਕੀਤਾ ਕੀ ਹੈ? ਉਹ ਜਿਹਨੇ ਪੁੱਤਵਾਰ ਤੇ ਉਹਦਾ ਨਹੀਂ ਨਾਂ ਲੈਣਾ, ਹੋਰ ਹੀ ਕੱਢੀ ਜਾਣੇ ਆ ਵਿੱਚੋਂ। ਆਮ ਤੌਰ ਤੇ ਖੇਡ ਮੇਲੇ ਹੁੰਦੇ ਆ, ਉਦੋਂ ਪਤਾ ਲੱਗਦਾ ਕੀ ਨਮੂਨੇ ਨਿਕਲਦੇ ਆ। ਉੱਥੇ ਬਰਾਉਂਦਾ ਜੀ ਆਹ ਕਿੱਥੋਂ ਟੀਮ ਹੈ ਜੀ, ਆਹ ਫਲਾਨਾ ਜੀ ਬਾਬਾ ਉੱਥੇ ਮਲੰਗ ਸ਼ਾਹ ਦੀ ਹੈ, ਫਲਾਨੇ ਦੀ ਇਹ ਜੀ ਕਲੱਬ ਹੈ। ਤੇ ਹੈਰਾਨ ਹੋ ਜਾਈਦਾ, ਸਿੱਖਾਂ ਦੇ ਮੁੰਡੇ ਹੋ ਤੁਸੀਂ। ਤੇ ਗੁਰੂ ਮਹਾਰਾਜ, ਗੁਰੂ ਕੇ ਮਹਾਨ ਗੁਰਸਿੱਖ ਸ਼ਹੀਦ ਕਿੰਨੇ ਨੇ, ਉਹਨਾਂ ਦੇ ਨਾਮ ਤੇ ਹੋਣ, ਹੋਰ ਹੀ ਚੱਕੀ ਫਿਰਨਾ ਕੰਮ। ਇਸ ਏਰੀਏ ਵਿੱਚ ਤੁਸੀਂ ਚਲੇ ਜਾਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਕਿਰਪਾ ਜੀ, ਗੁਰੂ ਰਾਮਦਾਸ ਜੀ ਦਾ ਨਾਮ ਇਹ ਸਾਰੇ ਸਮਾਜੇ ਵਿੱਚ ਤੁਹਾਨੂੰ ਲੈਂਦੇ ਮਿਲ ਜਾਣਗੇ। ਇਸ ਕਰਕੇ ਹੀ ਆ ਕਿਉਂਕਿ ਉਦੋਂ ਤੋਂ ਆ ਕਿ ਗੁਰੂ ਅਮਰਦਾਸ ਮਹਾਰਾਜ ਨੇ ਕਹਿਤਾ ਭਾਈ ਤੁਹਾਡਾ ਮਾਲਕ ਹੀ ਗੁਰੂ ਰਾਮਦਾਸ ਹੈ। ਗੁਰੂ ਸਾਹਿਬ ਨੂੰ ਬਾਂਹ ਫੜਾ ਦਿੱਤੀ ਸਾਰੇ ਲੋਕਾਂ ਦੀ ਤੇ ਵਿਦਾ ਕਰ ਦਿੱਤਾ ਹੈ। ਪੁਨ ਸ੍ਰੀ ਅਮਰਦਾਸ ਗੁਣ ਖਾਨਾ। ਫਿਰ ਭਾਈ ਗੁਣਾਂ ਦੀ ਖਾਨ ਸ੍ਰੀ ਗੁਰੂ ਅਮਰਦਾਸ ਜੀ ਅਸ ਬਿਦ ਦੇ ਵਿਚਾਰਨ ਠਾਨਾ। ਇਸ ਤਰ੍ਹਾਂ ਹੁਣ ਹਿਰਦੇ ਵਿੱਚ ਵਿਚਾਰਿਆ ਹੈ। ਆਦ ਗੁਰੂ ਜਬ ਗਾਦੀ ਦਈ, ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ੀ, ਆਏ ਸਦੇਹ ਖਡੂਰ ਬਸਈ, ਤਾਂ ਆਗਿਆ ਦੇ ਕੇ ਖਡੂਰ ਸਾਹਿਬ ਵਸਣ ਵਾਸਤੇ ਕਿਹਾ। ਤਿਮ ਸ੍ਰੀ ਅੰਗਦ ਕਾਰਜ ਕੀਨਾ। ਉਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਇਹ ਕਾਰਜ ਕੀਤਾ। ਗੋਇੰਦਵਾਲ ਬਸਾਏ ਸੋ ਦੀਨਾ। ਇਹ ਵਿਚਾਰਿਆ ਵੀ ਜਦੋਂ ਸਾਨੂੰ ਗੁਰਤਾ ਗੱਦੀ ਬਖਸ਼ੀ, ਸਾਨੂੰ ਕਿਹਾ ਹੁਣ ਤੁਸੀਂ ਗੋਇੰਦਵਾਲ ਸਾਹਿਬ ਰਹਿਣਾ ਹੈ, ਇਹ ਨਗਰ ਵਸਾਇਆ। ਅਬ ਸ੍ਰੀ ਰਾਮਦਾਸ ਕੇ ਹੇਤ। ਇਹ ਹੁਣ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਬਖਸ਼ਣੀ ਹੈ, ਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਵਾਸਤੇ ਏਕਲ ਚਾਹੀਏ ਗ੍ਰਾਮ ਨਕੇਤ। ਇੱਕ ਭਾਈ ਕੋਈ ਵੱਖਰਾ ਨਗਰ ਚਾਹੀਦਾ ਜਿੱਥੇ ਘਰ ਬਣਨ। ਅਸ ਵਿਚਾਰ ਰਾਮਦਾਸ ਬੁਲਾਏ। ਇਸ ਤਰ੍ਹਾਂ ਵਿਚਾਰ ਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਸੱਦਿਆ ਹੈ। ਨਿਕਟ ਬਿਠਾਏ ਕਹਿਓ ਇਸ ਭਾਏ। ਕੋਲ ਬਿਠਾ ਕੇ ਇਸ ਤਰ੍ਹਾਂ ਕਿਹਾ, ਸੁਨ ਹੈ ਸੋਮ ਬਸਨ ਹਿਤ ਥਾਨ। ਇਹ ਗੁਰੂ ਰਾਮਦਾਸ ਮਹਾਰਾਜ ਨੂੰ ਕਹਿੰਦੇ ਪੁਰਖਾ ਸੁਣ, ਆਪਣੇ ਬਸਣ ਦੇ ਵਾਸਤੇ ਇੱਕ ਥਾਂ ਗ੍ਰਾਮ ਬਸਾਵੋ ਪਿਖ ਕਰ ਆਨ। ਚੰਗੀ ਜਗ੍ਹਾ ਵੇਖ ਕੇ ਇੱਕ ਨਗਰ ਬਸਾਵੋ। ਸਨੇ ਸਨੇ ਨਿਜ ਭਾਵ ਟਿਕਾਵੋ। ਹੌਲੀ ਹੌਲੀ ਆਪਣਾ ਚਰਨ ਤੁਸੀਂ ਉੱਥੇ ਟਿਕਾਓ। ਬਾਹਰ ਕਰੋ ਪੁਰ ਮਹਾ ਬਸਾਵੋ। ਫਿਰ ਤੁਸੀਂ ਵੱਡਾ ਨਗਰ ਬਣਾ ਕੇ ਬਸਾਉਣਾ ਕਰੋ। ਜਿਮ ਖਡੂਰ ਗੁਰ ਸੇਵਾ ਕਰਕੇ। ਜਿਵੇਂ ਅਸੀਂ ਖਡੂਰ ਨਗਰ ਦੇ ਵਿੱਚ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਕੇ ਆਛੇ ਆਨ ਬਸੇ ਹਮ ਟਰਕੈ। ਉਥੋਂ ਆ ਕੇ ਚੰਗੀ ਤਰ੍ਹਾਂ ਉਥੋਂ ਹਟ ਕੇ ਫਿਰ ਅਸੀਂ ਇਸ ਜਗ੍ਹਾ ਤੇ ਵਸ ਗਏ। ਇਹ ਪਰਗਨਾ ਤੁਮਰੇ ਪਾਸ। ਇਹ ਹੁਣ ਜਿਹੜਾ ਪਰਗਣਾ ਹੈ ਗੁਰੂ ਰਾਮਦਾਸ ਜੀ ਨੂੰ ਬਚਨ ਕਹੇ ਤੁਹਾਡੇ ਕੋਲ ਹੈ। ਥਲ ਆਛੋ ਪਿਖ ਕਰੋ ਆਵਾਸ।
ਕੋਈ ਚੰਗਾ ਥਾਂ ਵੇਖ ਕੇ ਆਪਣਾ ਵਾਸਾ ਕਰੋ। ਸੁਣ ਸ੍ਰੀ ਰਾਮਦਾਸ ਕਰ ਜੋੜੇ। ਇਹ ਸੁਣ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਹੱਥ ਜੋੜੇ। ਹੁਕਮ ਆਪ ਕੋ ਮਾਥੇ ਮੋਰੇ। ਕਿਹਾ ਮਹਾਰਾਜ ਤੁਹਾਡਾ ਹੁਕਮ ਸਾਡੇ ਸਿਰ ਮੱਥੇ ਹੈ। ਰਾਵਰ ਕੀ ਰਜਾਏ ਮਹਿ ਰਾਜੀ। ਅਸੀਂ ਮਹਾਰਾਜ ਤੁਹਾਡੀ ਰਜਾ ਦੇ ਵਿੱਚ ਰਾਜੀ ਹਾਂ। ਇਹੀ ਪ੍ਰਤੱਗਿਆ ਮੈਂ ਔਰ ਸਾਜੀ। ਇਹੀ ਮੈਂ ਆਪਣੇ ਹਿਰਦੇ ਵਿੱਚ ਪ੍ਰਤੱਗਿਆ ਕੀਤੀ ਹੈ। ਜਹਾਂ ਬਤਾਵੋ ਕਰਨਾ ਧਾਰ। ਮਹਾਰਾਜ ਜਿੱਥੇ ਤੁਸੀਂ ਕਿਰਪਾ ਧਾਰ ਕੇ ਦੱਸੋਗੇ, ਸੇਵਕ ਜਾਏ ਕਰੈ ਤਹਿਕਾਰ। ਮੈਂ ਤਾਂ ਸੇਵਕ ਹਾਂ, ਉੱਥੇ ਜਾ ਕੇ ਮੈਂ ਉਹ ਕਾਰਜ ਕਰਾਂਗਾ। ਸੁਣ ਸ੍ਰੀ ਅਮਰਦਾਸ ਕਰ ਕਰਨਾ। ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ। ਸਰਬ ਪ੍ਰਸੰਗ ਭਲੇ ਕਰ ਵਰਨਾ। ਤਾਂ ਭਲੀ ਪ੍ਰਕਾਰ ਫਿਰ ਸਾਰਾ ਪ੍ਰਸੰਗ ਜਿਹੜਾ ਹੈ ਉਹ ਕਿਹਾ। ਗ੍ਰਾਮ ਤੁੰਗ ਤੇ ਹੈ ਉਰੇਰੇ। ਮਹਾਰਾਜ ਕਹਿੰਦੇ ਤੁੰਗ ਪਿੰਡ ਹੈ, ਉਸ ਤੁੰਗ ਪਿੰਡ ਦੇ ਉਰਲੇ ਪਾਸੇ ਗਿਲਵਾਲੀ ਤੇ ਲਖੋ ਪਰੇਰੇ। ਗਿਲਵਾਲੀ ਭਾਵ ਗਲਵਾਲੀ ਪਿੰਡ ਹੈ ਤੇ ਗਲਵਾਲੀ ਪਿੰਡ ਤੋਂ ਪਰਲੇ ਪਾਸੇ ਹੈ ਸੁਲਤਾਨ ਵਿੰਡ ਜਿਸ ਨਾਮੂ। ਜਿੱਥੇ ਸੁਲਤਾਨ ਵਿੰਡ ਨਾਮ ਦਾ ਨਗਰ ਹੈ। ਤਿਸ ਤੇ ਪশ্ਚਮ ਦਿਸ ਅਬਰਹਮ। ਉਹਦੇ ਪশ্ਚਮ ਵਾਲੇ ਪਾਸੇ ਜੋ ਸੁੰਦਰ ਜਗ੍ਹਾ ਹੈ, ਤਹਾਂ ਜਾਏ ਇੱਕ ਗ੍ਰਾਮ ਬਸਾਵੋ। ਉੱਥੇ ਜਾ ਕੇ ਤੁਸੀਂ ਇੱਕ ਨਗਰ ਬਸਾਓ। ਦੇਖੋ ਤੁੰਗ ਪਿੰਡ, ਇੱਥੋਂ ਮਹਾਰਾਜ ਨੇ ਗੋਇੰਦਵਾਲ ਸਾਹਿਬ ਤੋਂ ਕਿਹਾ ਨਾ ਕਿ ਤੁੰਗ ਪਿੰਡ ਤੋਂ ਉਰੇ, ਗਲਵਾਲੀ ਪਿੰਡ ਤੋਂ ਪਰੇ ਤੇ ਸੁਲਤਾਨ ਵਿੰਡ ਤੋਂ ਪੱਛਮ ਵਾਲੇ ਪਾਸੇ ਇਹ ਜਿਹੜਾ ਨਗਰ ਬਸਾਉਣਾ ਹੈ, ਤੁਸੀਂ ਉੱਥੇ ਜਾ ਕੇ ਇੱਕ ਸੁੰਦਰ ਨਗਰ ਬਸਾਵੋ। ਨਾਮਪੁਰੀ ਰਾਮਦਾਸ ਰਖਾਵੋ। ਉਸ ਦਾ ਨਾਮ ਰਾਮਦਾਸਪੁਰ ਰੱਖ ਲਓ। ਜਬਹਿ ਸਦਨ ਤੈ ਲੇਹੁ ਚਿਨਾਏ। ਜਦੋਂ ਉੱਥੇ ਘਰ ਤੁਹਾਡੇ ਬਣ ਜਾਣ, ਪੁਨ ਹਮ ਢਿਗ ਆਵੋ ਹਿਤ ਲਾਹੇ। ਫੇਰ ਤੁਸੀਂ ਪ੍ਰੇਮ ਸਹਿਤ ਸਾਡੇ ਕੋਲ ਆਉਣਾ ਹੈ। ਹਿਮ ਕਹਿ ਕਰੇ ਵਿਸਰਜਨ ਸੋਏ। ਇਸ ਤਰ੍ਹਾਂ ਕਹਿ ਕੇ ਭਾਈ ਵਿਦਾ ਕਰ ਦਿੱਤਾ ਉੱਥੇ ਰਹਿਣ ਵਾਸਤੇ। ਕੇਤਕ ਸੰਗ ਕਰੇ ਸਿੱਖ ਜੋਏ। ਕਿੰਨੇ ਹੀ ਜਿਹੜੇ ਸਿੱਖ ਹਨ ਉਹ ਨਾਲ ਗਏ ਹਨ। ਸਨੇ ਸਨੇ ਤਹਿ ਚੱਲ ਕਰ ਆਏ। ਹੌਲੀ ਹੌਲੀ ਉੱਥੇ ਚੱਲ ਕੇ ਆ ਗਏ। ਜੋ ਥਲ ਸ੍ਰੀ ਗੋਰੇ ਅਮਰ ਬਤਾਏ। ਜਿਹੜੇ ਜਗ੍ਹਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੱਸੀ। ਸਭ ਗ੍ਰਾਮਨ ਕੀ ਸੀਮਨ ਛੋਰ। ਸਾਰੇ ਪਿੰਡਾਂ ਦੀ ਹੱਦ ਨੂੰ ਛੱਡ ਕਰਕੇ ਫਿਰ ਤਹਿਕਾਰ ਕਰੀ ਚਹ ਔਰ। ਫਿਰ ਕੇ ਭਾਈ ਫਿਰ ਉੱਥੇ ਚਾਰੇ ਪਾਸੇ ਕਾਰ ਕੱਢ ਦਿੱਤੀ। ਪ੍ਰਥਮ ਮੰਗਾਇਓ ਬਹੁ ਮਿਸ਼ਟਾਨ। ਸਭ ਤੋਂ ਪਹਿਲਾਂ ਬਹੁਤ ਮਿੱਠੇ ਪਦਾਰਥ ਜਿਹੜੇ ਉਹ ਮੰਗਵਾਏ ਗਏ। ਗੁਰ ਆਗੇ ਅਰਦਾਸ ਬਖਾਨ। ਕੜਾ ਪ੍ਰਸ਼ਾਦ ਤਿਆਰ ਹੋਇਆ, ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਭੀਰ ਸੈਂਕੜੇ ਲੋਕਨ ਹੋਈ। ਸੈਂਕੜੇ ਲੋਕਾਂ ਦਾ ਇਕੱਠ ਹੋਇਆ ਹੈ। ਕਰਿਓ ਵਰਤਾਵਨ ਸਭ ਮਹਿ ਸੋਈ। ਦਾ ਪ੍ਰਸ਼ਾਦ ਸਾਰਿਆਂ ਦੇ ਵਿੱਚ ਵਰਤਾਉਣਾ ਕੀਤਾ। ਵਾਹਿਗੁਰੂ ਕਹੀ ਗਹਿ ਹਾਥ। ਫਿਰ ਵਾਹਿਗੁਰੂ ਕਹਿ ਕੇ ਭਾਈ ਹੱਥ ਵਿੱਚ ਕਹੀ ਚੁੱਕ ਲਈ। ਟੱਕ ਲਗਾਇਓ ਸੋਢੀ ਨਾਥ। ਸੋਢੀ ਕੁਲ ਦੇ ਮਾਲਕ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਟੱਕ ਲਾਇਆ। ਸੰਮਤ 104 ਪ੍ਰਮਾਨ। ਕਿਹੜਾ ਹੈ 104? ਇਹ ਸੰਮਤ ਨਾਨਕ ਸ਼ਾਹੀ। ਇਹ ਭਾਈ ਪ੍ਰਵਾਨ ਭਾਵ ਜਾਣ ਲਓ। ਨਾਨਕ ਸ਼ਾਹੀ ਸੰਮਤ 104। ਇਹਨੂੰ ਬਿਕਰਮੀ ਸੰਮਤ ਨਾਲ ਜੋੜਨਾ ਤਾਂ 1526 ਦੇ ਵਿੱਚ ਇਹਨੂੰ ਜੋੜ ਲਓ 104 ਨੂੰ, ਉਹਨਾਂ ਬਿਕਰਮੀ ਸੰਮਤ ਬਣ ਜੂ। ਜੇ ਈਸਵੀ ਸੰਨ ਦੇਖਣਾ ਹੈ 1469 ਦੇ ਵਿੱਚ 104 ਜੋੜ ਦਿਓ, ਉਹ ਈਸਵੀ ਸੰਨ ਬਣ ਜਾਵੇਗਾ। ਮੇਖ ਪਾਸ ਸਕਰੰਤ ਹੈ ਮਾਨ।
ਇਹ ਕਿਹੜਾ ਦਿਨ ਸੀ? ਭਾਈ ਵਿਸਾਖ ਦੇ ਮਹੀਨੇ ਦੀ ਉਹਦੇ ਸੰਗਰਾਂਦ ਸੀ। ਰਾਮਦਾਸਪੁਰ ਨੀਵ ਰਖਾਈ। ਗੁਰੂ ਰਾਮਦਾਸ ਮਹਾਰਾਜ ਨੇ ਜੋ ਨਿਉ ਰੱਖੀ ਹੈ, ਈਟ ਪਕਾਏ ਸਦਨ ਬਨਵਾਈ। ਇੱਟਾਂ ਪਕਾਈਆਂ, ਸਭ ਤੋਂ ਪਹਿਲਾਂ ਉੱਥੇ ਆਪਣੀ ਰਹਿائش ਘਰ ਬਣਾਏ ਮਹਾਰਾਜ ਨੇ। ਕੇਤਕ ਨਰ ਤਹਿ ਬਾਸੇ ਆਏ। ਫਿਰ ਕੁਝ ਹੋਰ ਘਰ ਬਣਾਏ ਤੇ ਕੁਝ ਲੋਕ ਆ ਕੇ ਉੱਥੇ ਬਸੇ ਹਨ। ਸ੍ਰੀ ਸਤਿਗੁਰ ਕੇ ਗੁਣ ਸ਼ੁਭ ਗਾਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੇ ਸ਼ੁਭ ਗੁਣਾਂ ਨੂੰ ਗਾਉਂਦੇ ਹਨ। ਗੁਰਤਾ ਦੇਨ ਸਮੋ ਜਾਵੇ ਆਵਾ। ਇਧਰ ਹੁਣ ਉਹ ਸਮਾਂ ਆ ਗਿਆ ਜਦੋਂ ਗੁਰਤਾ ਗੱਦੀ ਬਖਸ਼ਣੀ ਹੈ। ਸ੍ਰੀ ਗੁਰ ਅਮਰ ਇਨਹੁ ਬੁਲਵਾਵਾ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਫਿਰ ਸੱਦ ਲਿਆ ਗੁਰੂ ਰਾਮਦਾਸ ਜੀ ਨੂੰ। ਸੁਣ ਕਰ ਹੁਕਮ ਜਾਵਤੇ ਭਏ। ਹੁਕਮ ਸੁਣ ਕੇ ਫਿਰ ਸ੍ਰੀ ਇੱਥੋਂ ਅੰਮ੍ਰਿਤਸਰ ਤੋਂ, ਇਹਦਾ ਨਾਂ ਪਹਿਲਾਂ ਰਾਮਦਾਸਪੁਰ ਹੈ, ਇੱਥੋਂ ਭਾਈ ਹੁਕਮ ਸੁਣ ਕੇ ਗਏ ਹਨ। ਗੋਇੰਦਵਾਲ ਗੁਰੂ ਦਰਸਏ। ਗੋਇੰਦਵਾਲ ਸਾਹਿਬ ਜਾ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਕਰ ਬੰਧਨ ਜੁਗ ਪਦ ਅਰਬਿੰਦ। ਦੋਵੇਂ ਚਰਨ ਕਮਲਾਂ ਤੇ ਬੰਦਨਾ ਕੀਤੀ। ਬੈਠੇ ਸਨਮੁਖ ਦੁਆਇ ਕਰ ਬੰਦ। ਦੋਵੇਂ ਹੱਥ ਜੋੜ ਕਰਕੇ ਸਾਹਮਣੇ ਬਹਿ ਗਏ ਗੁਰੂ ਰਾਮਦਾਸ ਜੀ। ਪੁਰ ਗਾਥਾ ਗੁਰ ਬੂਝਨ ਕੀਨ। ਗੁਰੂ ਅਮਰਦਾਸ ਮਹਾਰਾਜ ਨੇ ਨਗਰ ਦੀ ਜਿਹੜੀ ਕਥਾ ਕਹਾਣੀ ਉਹ ਪੁੱਛੀ ਵੀ ਕਿਵੇਂ ਕੀ ਘਰ ਬਣੇ ਹਨ। ਕੈਸੇ ਕਰਿਓ ਸੁਧਾਰ ਪ੍ਰਵੀਨ। ਕਿਸ ਤਰ੍ਹਾਂ ਤੁਸੀਂ ਇਹ ਚਤਰਤਾ ਨਾਲ ਸਿਆਣਪ ਨਾਲ ਸਾਰਾ ਕਾਰਜ ਸੁਧਾਰੇ ਹਨ। ਸੁਨ ਸੋਢੀ ਕੁਲ ਭੂਖਨ ਰਰਿਓ। ਇਹ ਸੁਣ ਕੇ ਸੋਢੀ ਕੁਲ ਦੇ ਗਹਿਣੇ ਕਹਿਣ ਲੱਗੇ, ਭਾਵ ਗੁਰੂ ਰਾਮਦਾਸ ਮਹਾਰਾਜ, ਜਸ ਕਰਵਾਇਓ ਤੈਸੇ ਕਰਿਓ। ਮਹਾਰਾਜ ਜਿਵੇਂ ਤੁਸੀਂ ਕਰਵਾਇਆ ਹੈ ਉਸੇ ਤਰ੍ਹਾਂ ਅਸੀਂ ਕੀਤਾ ਹੈ। ਹਮ ਤੋ ਕਾਸ਼ਟ ਪੁੱਤਰੀ ਹੈ ਸੀ। ਅਸੀਂ ਤਾਂ ਮਹਾਰਾਜ ਲੱਕੜ ਦੀਆਂ ਪੁਤਲੀਆਂ ਹਾਂ, ਕਾਠ ਦੀਆਂ ਪੁਤਲੀਆਂ ਹਾਂ। ਤੇ ਉਸੇ ਤਰ੍ਹਾਂ ਹੀ ਕਰਿਓ ਤਸ ਕਰਵਾਇਓ ਜੈਸੇ। ਉਸੇ ਤਰ੍ਹਾਂ ਮਹਾਰਾਜ ਅਸੀਂ ਕਰ ਲਿਆ ਜਿਵੇਂ ਤੁਸੀਂ ਕਰਵਾਇਆ ਹੈ। ਸੁਨ ਮੋਹਨ ਪਿਤ ਖਰੋ ਸਰਾਇਓ। ਤਾਂ ਇਹ ਸੁਣ ਕੇ ਜਿਹੜਾ ਹੈ ਬਾਬਾ ਮੋਹਨ ਜੀ ਪਿਤਾ ਦੇ ਕੋਲ ਖੜੇ, ਉਹ ਵੀ ਸਿਫਤ ਕਰਦੇ। ਨੀਕ ਕਰਿਓ ਹਮਰੇ ਮਨ ਭਾਇਓ। ਕਹਿੰਦੇ ਬਹੁਤ ਚੰਗਾ ਕੀਤਾ ਹੈ, ਸੋਹਣਾ ਬਣਾਇਆ, ਸਾਡੇ ਮਨ ਨੂੰ ਬਹੁਤ ਚੰਗਾ ਲੱਗਿਆ। ਪੁਨ ਜਬ ਜਾਹੋ ਰਚੋ ਸੁਤ ਤਾਰਾ। ਹੁਣ ਜਦੋਂ ਜਾਵੋਗੇ ਜਾਓ ਰਤੋ ਸੁਤ ਤਾਰਾ। ਸ਼ੁਭ ਇਸ ਤਰ੍ਹਾਂ ਮਹਾਰਾਜ ਕਹਿੰਦੇ ਪੁਨ ਜਬ ਜਾਹੋ ਰਚੋ ਸੁਤ ਤਾਰਾ। ਜਦੋਂ ਤੁਸੀਂ ਉੱਥੇ ਜਾਵੋਗੇ, ਸ਼ੁਭ ਸੁਤ ਦੀ ਜਗ੍ਹਾ ਸ਼ੁਭ ਸ਼ਬਦ ਠੀਕ ਹੈ। ਉੱਥੇ ਫਿਰ ਤੁਸੀਂ ਜਾ ਕੇ ਕਹਿੰਦੇ ਤਾਰਾ ਭਾਵ ਜਲ ਦਾ ਸਰੋਵਰ ਇੱਕ ਰਚਿਓ। ਸੁਦਾ ਸਰੋਵਰ ਨਾਮ ਪ੍ਰਚਾਰਾ। ਤੇ ਉਹਦਾ ਨਾਮ ਅੰਮ੍ਰਿਤ ਸਰੋਵਰ ਜਿਹੜਾ ਹੈ ਉਹ ਕਹਿਣਾ ਹੈ। ਅਸ ਕਹਿ ਰਾਖ ਸਮੀਪੀ ਕਰੇ। ਇਉਂ ਕਹਿ ਕੇ ਫਿਰ ਮਹਾਰਾਜ ਨੇ ਗੁਰੂ ਰਾਮਦਾਸ ਜੀ ਨੂੰ ਉੱਥੇ ਆਪਣੇ ਕੋਲ ਰੱਖਿਆ। ਕਾਰ ਹਜੂਰ ਤਿਨਹੋਂ ਤੇ ਸਰੇ। ਹੁਣ ਗੁਰੂ ਰਾਮਦਾਸ ਜੀ ਤੋਂ ਹਜੂਰੀ ਦੀ ਕਾਰ ਕਰਾਉਂਦੇ। ਕੋਲੇ ਜੋ ਕਾਰ ਹੈ ਮਹਾਰਾਜ ਦੇ ਰਹਿ ਕੇ ਉਹ ਕਰਦੇ। ਸ੍ਰੀ ਗੁਰ ਪਰਮ ਬ੍ਰਿਧ ਤਾਨਿਆ ਹੈ। ਕਿਉਂਕਿ ਸ੍ਰੀ ਗੁਰੂ ਮਹਾਰਾਜ ਜੀ ਦਾ ਸਰੀਰ ਹੁਣ ਬਹੁਤ ਬ੍ਰਿਧ ਹੈ। ਤਉ ਮਹਾ ਤਪ ਤਪ ਤੇ ਰਹਿ। ਫੇਰ ਵੀ ਮਹਾਰਾਜ ਬਹੁਤ ਵੱਡਾ ਤਪ ਤਾਪਦੇ ਹਨ। ਘਰ ਮੈਂ ਠਾਡੇ ਰਹਿ ਇਕਾਕੀ। ਇਉਂ ਕੱਲੇ ਮਹਾਰਾਜ ਖੜੇ ਰਹਿੰਦੇ ਨੇ। ਖੜਕੀ ਨਾਮ ਜਪਣਾ, ਉਸ ਤਰ੍ਹਾਂ ਪ੍ਰਮਾਤਮਾ ਪਰਮੇਸ਼ਰ ਨਾਲ ਜੁੜ ਜਾਣਾ। ਕੰਧ ਮੇਖ ਪਕੜੈ ਜਬ ਥਾਕੀ। ਜਦੋਂ ਥੱਕ ਜਾਂਦੇ ਕੰਧ ਦੇ ਵਿੱਚ ਕਿੱਲੀ ਗੱਡੀ ਹੋਈ ਉਹਨੂੰ ਫੜ ਲੈਂਦੇ। ਲੱਕੜ ਦੀ ਕਿੱਲੀ ਹੁਣ ਵੀ ਹੈ, ਜਾ ਕੇ ਦਰਸ਼ਨ ਕਰਿਓ। ਨਿਸ ਬਾਸਰ ਮੈਂ ਬੈਸੈ ਥੋਰਾ। ਇਉਂ ਭਾਈ ਰਾਤ ਦਿਨ ਮਹਾਰਾਜ ਥੋੜਾ ਹੀ ਬੈਠਦੇ ਹਨ। ਖਰੇ ਰਹਿ ਸਤਿਗੁਰ ਤਪ ਘੋਰਾ।
ਹੁਣ ਮਹਾਰਾਜ ਨੇ ਐਸਾ ਖੇਡ ਕੀਤੀ ਵੀ ਜ਼ਿਆਦਾਤਰ ਮਹਾਰਾਜ ਖੜੇ ਹੀ ਰਹਿੰਦੇ ਨੇ, ਘੋਰ ਤਪ ਕਰਦੇ ਹਨ। ਨਰਨ ਅਨੇਕਨ ਦੇ ਉਪਦੇਸ਼, ਇਉਂ ਅਨੇਕਾਂ ਲੋਕਾਂ ਨੂੰ ਮਹਾਰਾਜ ਉਪਦੇਸ਼ ਦਿੰਦੇ ਹਨ। ਨਿਜ ਦਾਸਨ ਕੋ ਕੱਟਹਿ ਕਲੇਸ਼, ਆਪਣਿਆਂ ਸੇਵਕਾਂ ਦੇ ਦੁੱਖ ਕਲੇਸ਼ਾਂ ਨੂੰ ਕੱਟਦੇ ਨੇ। ਹੇਰੈ ਸੇਵਾ ਸੇਵਕ ਕੇਰੀ, ਸੇਵਾ ਜਿਹੜੀ ਆ ਸੇਵਕਾਂ ਦੀ ਮਹਾਰਾਜ ਵੇਖ ਕੇ। ਬਖਸ਼ਹਿ ਪਦਵੀ ਊਚ ਵਡੇਰੀ, ਉਹ ਸੇਵਕਾਂ ਨੂੰ ਗੁਰੂ ਸਾਹਿਬ ਜੀ ਫਿਰ ਉੱਚੀਆਂ ਉੱਚੀਆਂ ਪਦਵੀਆਂ, ਮਹਾਨ ਪਦਵੀਆਂ ਬਰ ਬਖਸ਼ਿਸ਼ ਕਰਦੇ ਐ। ਐਸੀ ਗੁਰੂ ਪਾਤਸ਼ਾਹ ਮਹਾਰਾਜ ਨੇ ਖੇਡ ਰਚੀ ਹੈ। ਆਓ ਸਮਾਂ ਹੋ ਗਿਆ ਸਮਾਪਤੀ ਦਾ, ਬਾਕੀ ਆਪਾਂ ਭਾਈ ਇਤਿਹਾਸ ਕੱਲ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।